ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਵਿੱਚ ਆਪ ਸਭ ਨੇ ਸਰਵਣ ਕੀਤਾ। ਦਲ ਭੰਜਨ ਵੱਡੇ ਯੋਧੇ ਪਰਉਪਕਾਰੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਬਾਲਾ ਭੋਲਾ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਛਠਮ ਪੀਰ ਗਰੀਬ ਨਿਵਾਜ ਮਹਾਰਾਜ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਅੰਤਮ ਸਮੇਂ ਖੁੱਲਾ ਦੀਦਾਰ ਦਰਸ਼ਨ ਦੇ ਕੇ ਉਹਨਾਂ ਦੇ ਸਰੀਰ ਦੀ ਕਿਰਿਆ ਆਪ ਕਰਕੇ ਰਮਦਾਸ ਤੋਂ ਕੋਈ 20 ਕਿਲੋਮੀਟਰ ਦੇ ਫਾਸਲੇ ਤੇ ਬਾਬੇ ਨਾਨਕ ਦਾ ਜਿੱਥੇ ਦੇਹਰਾ ਸਥਾਨ ਬਣਿਆ ਹੋਇਆ ਉੱਥੋਂ ਅੱਗੇ ਰਾਵੀ ਦਰਿਆ ਨੂੰ ਪਾਰ ਕਰਕੇ ਐਨ ਕੰਢੇ ਉੱਪਰ ਜਿੱਥੇ ਕਰਤਾਰਪੁਰ ਸਾਹਿਬ ਹੈ, ਜੋ ਸੰਗਤਾਂ ਅੱਜ ਵੀ ਜਾ ਕੇ ਦਰਸ਼ਨ ਕਰਦੀਆਂ ਨੇ, ਰਾਵੀ ਦੇ ਐਨ ਕੰਢੇ ਉੱਪਰ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਥਾਨ ਤੇ ਗਏ ਜਿੱਥੇ ਮਾਣ ਨੇ ਚੋਜ ਕੀਤੇ। ਪਾਵਨ ਸ੍ਰੀ ਲਹਿਣਾ ਜੀ ਨੂੰ ਅੰਗੇ ਖੁਦ ਬਣਾਇਆ, ਆਪਣੇ ਅੰਗਾਂ ਦੇ ਨਾਲ ਲੈਣੇ ਸੀ ਅੰਗਦ ਕਰ ਦੀਆ। ਕਹੋ ਕੀਰਤ ਕਲ ਸਹਾਰ ਸਭ ਦੀਪ ਵਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਨੂੰ ਪਰਸ ਕੇ ਲੈਣਾ ਜਗਤਰ ਗੁਰੂ ਬਣਿਆ। ਉਹ ਸਾਰੇ ਅਸਥਾਨਾਂ ਦੇ ਦਰਸ਼ਨ ਪਾਏ, ਦਵੜਾ ਦਿੱਤਾ, ਅਰਦਾਸ ਕਰਾਈ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕੀਤੀ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਡੇਰੇ ਬਾਰੇ ਪੁੱਛਿਆ। ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਮਹਾਰਾਜ ਦਾ ਡੇਰਾ ਉਰਾਰ ਹੈ, ਦੂਸਰੇ ਪਾਸੇ ਭਾਵ ਇੱਧਰ ਡੇਰੇ ਬਾਬੇ ਨਾਨਕ ਮੌਜੂਦਾ ਹਿੰਦੁਸਤਾਨ ਵਾਲੇ ਪਾਸੇ ਹੈ। ਫਿਰ ਮਹਾਰਾਜ ਵਾਪਸ ਇੱਥੇ ਆਏ ਤੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਖਾਨਦਾਨ ਸੀ ਉਹਨਾਂ ਦੇ ਤਾਂ ਹੀ ਮਿਲੇ। ਬਾਬਾ ਸ੍ਰੀ ਚੰਦ ਜੀ ਸਾਹਿਬ ਜੀ ਦਾ ਵੀ ਦਰਸ਼ਨ ਪਾਇਆ ਦੂਸਰੀ ਜਗ੍ਹਾ ਤੇ ਜਾ ਕੇ। ਸਭ ਦਾ ਮਹਾਰਾਜ ਜੀ ਨੇ ਅਦਬੋ ਆਦਰ ਕੀਤਾ, ਅਰਦਾਸ ਭੇਟੇ ਦਿੱਤੇ ਸਭ ਨੂੰ ਗਰੀਬ ਨਿਵਾਜ ਮਹਾਰਾਜ ਨੇ। ਫਿਰ ਆਪ ਜੀ ਇੱਥੋਂ ਵਾਪਸ ਰਮਦਾਸ ਨਗਰ ਆ ਗਏ ਹਨ, ਬਾਬੇ ਬੁੱਢੇ ਦੇ ਗ੍ਰਾਮ ਤੋਂ। ਇੰਨੇ ਸਮੇਂ ਨੂੰ ਦੀਵਾਲੀ ਨੇੜੇ ਆਈ। ਮਹਾਰਾਜ ਨੇ ਉਸ ਵੇਲੇ ਵਿਚਾਰਿਆ ਵੀ ਦੀਵਾਲੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਚਾਹੀਏ। ਤੇ ਭਾਈ ਭਾਨਾ ਜੀ ਸਾਹਿਬ ਜਿਨ ਮਾਨਿਓ ਸਤਿਗੁਰ ਕੋ ਭਾਨਾ, ਇਹ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਅੰਸ਼ ਬੰਸ ਹਨ, ਜਿਹੜੇ ਅੱਗੇ ਸਾਧ ਸੰਗਤ ਜੀ ਗੁਰਤਾ ਗੱਦੀ ਦਾ ਤਿਲਕ ਮਹਾਰਾਜ ਦੇ ਮੁੱਖ ਮਸਤਕ ਤੇ ਲਾਉਂਦੇ ਰਹੇ ਨੇ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਸਾਡੇ ਵੱਡੇ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਹੁਕਮ ਹੈ ਕਿ ਸਦਾ ਹੀ ਆਪ ਜੀ ਦੇ ਨਾਲ ਰਹਿਣਾ ਤੇ ਮਹਾਰਾਜ ਮੈਨੂੰ ਵੀ ਲੈ ਕੇ ਜਾਓ ਅੰਮ੍ਰਿਤਸਰ ਸਾਹਿਬ ਦੀਵਾਲੀ ਤੇ। ਸਤਿਗੁਰਾਂ ਨੇ ਕਿਹਾ ਵੀ ਨਹੀਂ, ਬਾਬਾ ਜੀ ਦਾ ਹੁਣੇ ਸਰੀਰ ਅਲੋਪ ਹੋਇਆ, ਥਾਵਾਂ ਪ੍ਰਥਾਵਾਂ ਤੋਂ ਸੰਗਤਾਂ ਉਹਨਾਂ ਦੇ ਅਸਥਾਨ ਤੇ ਆਉਂਦੀਆਂ ਨੇ, ਤੁਸੀਂ ਉਹਨਾਂ ਦੀ ਜਗ੍ਹਾ ਸ਼ੁਭਾਏਮਾਨ ਹੋ ਤੇ ਤੁਹਾਡਾ ਇੱਥੇ ਰਹਿਣਾ ਬਹੁਤ ਜ਼ਰੂਰੀ ਹੈ ਕਿ ਸੰਗਤ ਜੋ ਹੈ ਉਹ ਨਿਰਾਸ਼ੀ ਨਾ ਹੋਵੇ। ਇਸ ਕਰਕੇ ਆਪ ਜੀ ਇੱਥੇ ਰਹੋ ਕੁਝ ਸਮਾਂ। ਜਦੋਂ ਸਾਰੀ ਸੰਗਤ ਬਾਬਾ ਜੀ ਦੇ ਅੰਤਮ ਸਮੇਂ ਤੋਂ ਬਾਅਦ, ਜਿਵੇਂ ਸਾਡੀ ਸਮਾਜ ਦੀ ਰੀਤੀ ਬਣੀ ਹੈ ਕਿ ਸਾਰੇ ਆਣ ਕੇ ਮਿਲਦੇ ਜੁਲਦੇ ਨੇ, ਜਦੋਂ ਮੇਲ ਜੋਲ ਠੰਡਾ ਹੋ ਜਾਏਗਾ ਫਿਰ ਤੁਸੀਂ ਸਾਡੇ ਪਾਸ ਆਣਾ। ਇਹ ਬਚਨ ਕਹਿ ਕੇ ਆਪ ਜੀ ਨੇ ਇੱਕ ਸਿੱਖ ਭੇਜਿਆ ਕਿ ਜਾਓ ਪੈਂਦੇ ਖਾਨ ਨੂੰ ਕਹੋ, ਵੱਡੇ ਗ੍ਰਾਮ ਜਿਹੜਾ ਪਿੰਡ ਹੈ ਵੱਡੇ ਮੀਰ ਦੁਆਬੇ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਪਾਸ, ਉਹਨੂੰ ਕਹੋ ਕਿ ਸਾਡੇ ਕੋਲ ਇਹ ਦੀਵਾਲੀ ਤੋਂ ਪਹਿਲਾਂ ਆਵੇ, ਆਪਣਾ ਕਬੀਲਾ ਵੀ ਲੈ ਕੇ ਆਵੇ, ਆਪਣੀ ਔਰਤ ਜਨਾਨੀ ਪਰਿਵਾਰ ਦੇ ਸਮੇਤ ਆਵੇ, ਹਾਜ਼ਰੀਆਂ ਭਰੇ। ਫਿਰ ਇੱਕ ਸਿੱਖ ਨੂੰ ਭੇਜਿਆ ਕਿ ਜਾਓ ਗੋਇੰਦਵਾਲ ਸਾਹਿਬ। ਆਪ ਜੀ ਨੂੰ ਪਤਾ ਹੋਵੇ ਮਹਾਰਾਜ ਨੇ ਆਪਣਾ ਜਿਹੜਾ ਪਰਿਵਾਰ ਸੀ ਉਹਨੂੰ ਗੋਇੰਦਵਾਲ ਸਾਹਿਬ ਛੱਡਿਆ ਹੋਇਆ ਸੀ ਬਾਬਾ ਸੁੰਦਰ ਜੀ ਸਾਹਿਬ ਜੀ ਦੇ ਪਾਸ। ਬਾਬਾ ਸੁੰਦਰ ਜੀ ਕੌਣ ਨੇ?
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪੜਪੋਤੇ ਨੇ, ਜਿਨ੍ਹਾਂ ਦੀ ਬਾਣੀ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਉਹਨਾਂ ਦੇ ਪਾਸ ਸਾਰਾ ਮਹਾਰਾਜ ਦਾ ਪਰਿਵਾਰ ਸੀ, ਕਿਉਂਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਪਰਿਵਾਰ ਸੀਗਾ, ਭੱਲਿਆਂ ਦੀ ਬੰਸ, ਉਹ ਉੱਥੇ ਰਹਿੰਦੇ ਸਨ। ਤੋ ਕਹਿਣ ਤੋਂ ਭਾਵ ਮਹਾਰਾਜ ਸਾਰੇ ਗੁਰਸਿੱਖਾਂ ਨੂੰ ਤੇ ਸਮੁੱਚੇ ਪਰਿਵਾਰ ਨੂੰ ਆਪ ਜੀ ਅੰਮ੍ਰਿਤਸਰ ਸਾਹਿਬ ਇਕੱਤਰ ਕਰਨਾ ਚਾਹੁੰਦੇ ਨੇ। ਇਹ ਸਾਰਾ ਕੌਤਕ ਹੋਇਆ, ਸੁਨੇਹੇ ਭੇਜੇ ਤੇ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੁਬਾਰਾ ਫਿਰ ਮਹਾਰਾਜ ਜੰਗ ਯੁੱਧ ਦੇ ਬਾਅਦ ਇੱਥੇ ਮਹਾਰਾਜ ਪਹੁੰਚੇ ਹਨ। ਦੇਖੋ ਕੈਸਾ ਕੌਤਕ ਹੈ। ਇਹ ਵੀ ਕੌਤਕ ਹੋਇਆ। ਫਿਰ ਦੂਸਰਾ ਜੰਗ ਯੁੱਧ ਹੋਇਆ ਹਰਗੋਬਿੰਦਪੁਰੇ ਦਾ, ਉਥੋਂ ਰਮਦਾਸ, ਡੇਰੇ ਬਾਬੇ ਨਾਨਕ ਤੇ ਕਰਤਾਰਪੁਰ। ਸਾਧ ਸੰਗਤ ਜੀਓ, ਇਹ ਗੁਰੂ ਕਾ ਇਤਿਹਾਸ ਆ। ਜਿੱਥੇ ਵੀ ਸਾਨੂੰ ਸਮਾਂ ਲੱਗੇ, ਕਿਤੇ ਰਿਸ਼ਤੇਦਾਰੀ ਦੇ ਜਾਓ, ਕਿਤੇ ਵੀ ਜਾਓ ਤੇ ਪੁੱਛ ਲਿਆ ਕਰੋ ਵੀ ਇੱਥੇ ਮਹਾਰਾਜ ਦਾ ਕੋਈ ਸਥਾਨ ਤਾਂ ਨਹੀਂ ਹੈ ਇਤਿਹਾਸਕ, ਤੇ ਜ਼ਰੂਰ ਜਾ ਕੇ ਦਰਸ਼ਨ ਕਰਿਆ ਕਰੋ। ਸਾਧ ਸੰਗਤ ਜੀ, ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਦੀ ਬਹੁਤ ਵੱਡੀ ਮਹੱਤਤਾ ਜੇ। ਕਦੀ ਐਵੇਂ ਨਾ ਹੋਵੇ ਕਿ ਪੰਜਾਬ ਜਾਓ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨਾ ਜਾਓ, ਹਜੂਰ ਸਾਹਿਬ ਜਾਓ ਤੇ ਨਾਨਕ ਝੀਰਾ ਰਹਿ ਜਾਵੇ, ਪਟਨਾ ਸਾਹਿਬ ਆਓ ਤੇ ਇਥੋਂ ਰਾਜਗੀਰ ਰਹਿ ਜਾਵੇ। ਕਦੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ। ਸਾਧ ਸੰਗਤ ਜੀ, ਮਹਾਰਾਜ ਨੇ ਬਾਣੀ 'ਚ ਆਖਿਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸਿੱਧੇ ਜਿਹੇ ਅਰਥ ਨੇ, ਪੰਜਾਬੀ ਹੈ ਕਿ ਜਿੱਥੇ ਜਾ ਕੇ ਬਹਿ ਗਿਆ ਮੇਰਾ ਸਤਿਗੁਰੂ, ਉਹ ਥਾਂ ਸੁਹਾਵਾ ਜੀ, ਸ਼ੋਭਨੀਕ ਹੈ ਜੀ। ਤੇ ਗੁਰਸਿੱਖੀ ਸੋ ਥਾਨ ਭਾਲਿਆ, ਗੁਰਸਿੱਖਾਂ ਨੇ ਉਹ ਥਾਂ ਭਾਲਿਆ, ਲੱਭਿਆ, ਢੂੰਡ ਕੀਤੀ, ਉਹਦੀ ਸਰਚ ਕੀਤੀ ਵੀ ਕਿੱਥੇ ਮਹਾਰਾਜ ਜਾ ਕੇ ਬੈਠਾ ਸੀ। ਤੇ ਲੈ ਧੂੜ ਮੁਖ ਲਾਵਾ, ਉਹ ਥਾਂ ਦੀ ਧੂੜ ਲੈ ਕੇ ਆਪਣੇ ਮੁੱਖ ਮਸਤਕ ਤੇ ਲਾਈ ਵੀ ਇੱਥੇ ਮੇਰਾ ਮਹਾਰਾਜ, ਮੇਰਾ ਬਾਬਾ ਬੈਠਾ ਸੀ। ਇਸ ਤਰ੍ਹਾਂ ਮਹਾਰਾਜ ਦੇ ਸਥਾਨਾਂ ਦੇ ਸਾਧ ਸੰਗਤ ਦੀ ਛੂਹ ਜਿਹੜੀ ਹੈ ਉਹ ਜ਼ਰੂਰ ਗੁਰਸਿੱਖਾਂ ਨੂੰ ਪ੍ਰਾਪਤ ਕਰਨੀ ਚਾਹੀਦੀ। ਮਹਾਰਾਜ ਦਾ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਸਤਿਗੁਰੂ ਆਪਣੇ ਜੀਵਨ ਵਿੱਚ ਆਪ ਯਾਤਰਾ ਕਰਦੇ ਰਹੇ ਨੇ। ਔਰ ਜਦੋਂ ਅੱਜ ਵੀ ਅੰਮ੍ਰਿਤ ਛਕਾਇਆ ਜਾਂਦਾ, ਆਪ ਜੀ ਨੂੰ ਚੇਤਾ ਹੋਵੇ ਖਾਲਸਾ ਜੀਓ, ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਨੂੰ ਪਤਾ ਲੱਗੇਗਾ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਪਤਾ ਲੱਗੇਗਾ। ਇਹ ਹਰੇਕ ਸਿੱਖ ਨੂੰ ਹੁਕਮ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ 5 ਤਖਤਾਂ ਦੇ ਘੱਟੋ ਘੱਟ ਇੱਕ ਵਾਰੀ ਜ਼ਰੂਰ ਜਾ ਕੇ ਦਰਸ਼ਨ ਕਰਨੇ। ਹਰੇਕ ਸਿੰਘ ਨੂੰ ਇਹ 5 ਪਿਆਰੇ ਸਿੰਘ ਸਾਹਿਬਾਨ ਜੀ ਦਾ ਵਿਸ਼ੇਸ਼ ਹੁਕਮ ਹੁੰਦਾ। ਤੇ ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ 5 ਪੈਸੇ, 5 ਪੈਸੇ ਦਾ ਪ੍ਰਸ਼ਾਦ, ਅੱਜ ਕੱਲ੍ਹ ਘੱਟੋ ਘੱਟ 5 ਰੁਪਈਏ। ਚਲੋ ਘੱਟੋ ਘੱਟ 5 ਰੁਪਏ ਦਾ ਪਰ ਕੜਾ ਪ੍ਰਸ਼ਾਦ ਜਿੰਨਾ ਸਰੇ ਬਣੇ ਤੇ 5 ਰੁਪਈਏ ਗੋਲਕ ਵਿੱਚ ਪਾਉਣ ਦੀ ਇਹ ਸਾਧ ਸੰਗਤ ਜੀ ਗੁਰੂ ਪੰਥ ਦੀ ਸਾਡੇ ਤਾਈਂ ਹਦਾਇਤ ਆ। ਇਸ ਤਰ੍ਹਾਂ ਮਾਣ ਨੇ ਦਰਸ਼ਨ ਕੀਤਾ। ਫਿਰ ਦਰਸ਼ਨ ਪਾ ਕੇ ਆਪ ਜੀ ਅੰਮ੍ਰਿਤਸਰ ਸਾਹਿਬ ਵਾਪਸ ਆਏ ਤੇ ਅੰਮ੍ਰਿਤਸਰ ਸਾਹਿਬ ਆਣ ਕੇ ਨਾ ਕੈਸਾ ਸੁੰਦਰ ਬਚਨ ਹੈ। ਸਭ ਤੋਂ ਪਹਿਲਾਂ ਮਹਾਰਾਜ ਨੇ ਦਰਸ਼ਨੀ ਡੋੜੀ ਤੇ ਮੱਥਾ ਟੇਕਿਆ। ਦਰਸ਼ਨੀ ਡੋੜੀ ਤੇ ਮੱਥਾ ਟੇਕ ਕੇ ਹੱਥ ਜੋੜ ਕੇ ਫਿਰ ਮਹਾਰਾਜ ਅੱਗੇ ਗਏ। ਜਦੋਂ ਇੱਥੇ ਵੀ ਸੰਗਤ ਆਵੇ, ਹਜ਼ੂਰੀ ਸੰਗਤ, ਲੋਕਲ ਸੰਗਤ ਜਾਂ ਯਾਤਰੂ ਆਉਣ, ਮਹਾਰਾਜ ਦੇ ਦਰਬਾਰ ਦੇ ਸਨਮੁਖ ਜਿੱਥੇ ਚੌਬਦਾਰ ਖੜਿਆ ਹੁੰਦਾ, ਸਾਨੂੰ ਸਿਰ ਝੁਕਾ ਕੇ ਹੱਥ ਜੋੜ ਕੇ, ਜਿਨ੍ਹਾਂ ਦਾ ਸਰੀਰ ਕੰਮ ਕਰਦਾ, ਹੱਡ ਕੰਮ ਕਰਦੇ ਹੋ ਸਕਦੇ ਤੇ ਪਿੱਛੇ ਮੱਥਾ ਟੇਕ ਕੇ ਆਉਣਾ ਚਾਹੀਦਾ। ਜੇ ਨਹੀਂ ਸਰਦਾ ਬਣਦਾ ਤੇ ਫਿਰ ਸਿਰ ਝੁਕਾ ਕੇ ਫਤਿਹ ਜਾ ਕੇ ਮਹਾਰਾਜ ਦੇ ਕੋਲੋਂ ਆਗਿਆ ਲੈ ਕੇ ਮਨ ਹੀ ਮਨ ਫਿਰ ਮਹਾਰਾਜ ਦੇ ਦਰਬਾਰ ਵਿੱਚ ਹੱਥ ਮਾਰਦੇ ਨਹੀਂ ਤੁਰਦੇ ਆਉਣਾ ਚਾਹੀਦਾ। ਹੱਥ ਜੋੜ ਕੇ ਸਿਰ ਝੁਕਾ ਕੇ। ਤੇ ਪੁਰਾਣੇ ਗੁਰਸਿੱਖਾਂ ਨੇ ਨਿਯਮ ਬਣਾਇਆ ਹੁੰਦਾ ਸੀ, ਜਦੋਂ ਦਰਬਾਰ ਦੇ ਅੰਦਰ ਪ੍ਰਵੇਸ਼ ਕਰਨਾ, ਸਤਿਗੁਰੇ ਆਇਓ ਸਰਨ ਤੁਹਾਰੀ, ਮਿਲਿਆ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਓ, ਅਵਰ ਨਾ ਸੂਝੈ ਦੂਜੀ ਠਾਹਰ, ਹਰ ਪਰਿਓ ਤੋ ਦੁਆਰੀ, ਲੇਖਾ ਛੋੜਾ ਲੇਖਾ ਛੂਟੈ, ਹਮ ਨਿਰਗੁਣ ਲੇਹੋ ਬਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ। ਇਹ ਸ਼ਬਦ ਕਹਿ ਕੇ ਇੰਨੇ ਸਮੇਂ ਨੂੰ ਮੱਥਾ ਟੇਕ ਦੇਣਾ। ਸਿੱਧੇ ਜਿਹੇ ਅਰਥ ਨੇ, ਸਤਿਗੁਰੂ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਤੇ ਕਿਰਪਾ ਕਰ, ਮਿਲਿਆ ਸੂਖ ਨਾਮ ਹਰ, ਸੁਖ ਵੀ ਮਿਲੇ, ਨਾਮ ਹਰ ਵੀ ਮਿਲੇ ਤੇ ਸ਼ੋਭਾ ਵੀ ਮਿਲੇ। ਫਿਰ ਚਿੰਤਾ ਲਾਹੇ ਹਮਾਰੀ, ਮੇਰੀ ਚਿੰਤਾ ਲਾ ਦੇ। ਫਿਰ ਅਵਰ ਨਾ ਸੂਝੈ ਦੂਜੀ ਠਾਹਰ, ਮੈਨੂੰ ਤੇਰੇ ਤੋਂ ਬਿਨਾਂ ਦੂਜੀ ਥਾਂ ਨਹੀਂ ਸੁੱਝਦੀ। ਹਾਰ ਪਰੇ ਤੋਂ ਦੁਆਰੀ, ਹਾਰ ਕੇ ਤੇਰੇ ਦਰਵਾਜ਼ੇ ਤੇ ਪਿਆ ਮਹਾਰਾਜ, ਦਰਵਾਜ਼ਾ ਪਾਰ ਕਰਦਿਆਂ ਬਚਨ ਪੜ੍ਹਨਾ। ਫਿਰ ਬੇਨਤੀ ਕਰਨੀ, ਲੇਖਾ ਛੋੜਾ ਲੇਖਾ ਛੂਟੈ, ਮਹਾਰਾਜ ਮੇਰੇ ਲੇਖੇ ਨਾ ਕਰੀ ਅਲੇਖ ਸਤਿਗੁਰੂ, ਫਿਰ ਮੇਰਾ ਛੁਟਕਾਰਾ ਹੋਵੇਗਾ। ਹਮ ਨਿਰਗੁਣ ਲੇਹੋ ਬਾਰੀ, ਨਿਗੁਣੇ ਆ ਮਹਾਰਾਜ, ਨਿਕੰਮੇ ਆ, ਬਚਾਲ ਹੈ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਤੂੰ ਸਦਾ ਬਖਸ਼ਿੰਦੇ, ਸਦਾ ਹੀ ਮਿਹਰਵਾਨ ਹੈ, ਸਭਨਾ ਦੇ ਆਧਾਰੀ, ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਤੇ ਮੱਥਾ ਟੇਕ ਦੇਣਾ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ। ਮਹਾਰਾਜ ਇਸ ਵਾਰੀ ਰੱਖ ਲਾ ਮੈਨੂੰ, ਹੁਣ ਬਚਾ ਲਾ, ਹੁਣ ਮੈਨੂੰ ਕਿਰਪਾ ਕਰਕੇ ਬਖਸ਼ ਦੇ। ਫਿਰ ਦੂਜੀ ਵਾਰੀ ਆਉਣਾ, ਫਿਰ ਕਹਿਣਾ ਮਹਾਰਾਜ ਹੁਣ ਬਖਸ਼ ਦੇ। ਮਹਾਰਾਜ ਨੇ ਤੇ ਵਾਰ-ਵਾਰ ਬਖਸ਼ ਦੇਣਾ। ਇਸ ਤਰ੍ਹਾਂ ਦੇ ਸ਼ਬਦ
ਗੁਰਸਿੱਖ ਜਿਹੜੇ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਕਿਸੇ ਗੁਰਮੁਖ ਦੀ ਸੰਗਤ ਸੁਹੱਬਤ ਕੀਤੀ ਹੈ, ਸੋ ਉਹਨਾਂ ਦੇ ਜੀਵਨ ਵਿੱਚ ਇਸ ਤਰ੍ਹਾਂ ਦੀਆਂ ਜੀਵਨ ਯੁਗਤਾਂ ਹੁੰਦੀਆਂ ਨੇ, ਸਾਨੂੰ ਵੀ ਅੱਗੇ ਅਪਣਾਉਣੀਆਂ ਤੇ ਪ੍ਰਚਾਰਨੀਆਂ ਚਾਹੀਦੀਆਂ। ਇਸ ਤਰ੍ਹਾਂ ਪੌੜ ਦਰਸ਼ਨੀ ਮਾਨ ਨੇ ਦਰਸ਼ਨ ਕੀਤਾ, ਨਮਸਕਾਰ ਕੀਤੀ, ਫਿਰ ਚਤਰ ਪ੍ਰਕਰਮਾ ਦੇ ਕਰ ਬਰੇ, 4 ਪ੍ਰਕਰਮਾਂ ਮਹਾਰਾਜ ਨੇ ਕੀਤੀਆਂ ਨੇ। ਵੱਧ ਤੋਂ ਵੱਧ ਪ੍ਰਕਰਮਾਂ ਗੁਰਸਿੱਖਾਂ ਨੂੰ ਕਰਨੀਆਂ ਚਾਹੀਦੀਆਂ। ਨਮੋ ਕਰੀ ਅੰਤਰ ਗੁਰ ਬਰੇ, ਫਿਰ ਨਮੋ ਕੀਤੀ, ਅੰਦਰ ਵੜੇ, ਪੰਚਾਮ੍ਰਿਤ ਤਹਾਂ ਵਰਤਾਏ, ਕੜਾ ਪ੍ਰਸ਼ਾਦ ਲੈ ਕੇ ਗਏ, ਬਹੁਰਾ ਅਕਾਲ ਤਖਤ ਕੋ ਆਏ। ਫਿਰ ਬਾਅਦ ਵਿੱਚ ਅਕਾਲ ਤਖਤ ਤੇ ਮਹਾਰਾਜ ਆਏ ਨੇ। ਇਸ ਤਰ੍ਹਾਂ ਦੀਵਾਨ ਸੱਜਿਆ, ਮਹਾਰਾਜ ਅੰਮ੍ਰਿਤਸਰ ਸਾਹਿਬ ਪ੍ਰਵੇਸ਼ ਕੀਤੇ ਨੇ। ਅੱਗੇ ਜਿਵੇਂ ਸਤਿਗੁਰਾਂ ਦਾ ਪਰਿਵਾਰ ਆ ਰਿਹਾ, ਹੋਰ ਕੌਤਕ ਹੋ ਰਿਹਾ। ਉਹ ਗਰੀਬ ਨਵਾਜ ਮਹਾਰਾਜ ਦੀ ਕਥਾ ਦੀ ਅਗਲੀ ਲੜੀ ਸਰਵਣ ਕਰੋ ਭਾਈ, ਰਸਨਾ ਪਵਿੱਤਰ ਕਰੋ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਿਰ ਗੁਰ ਦਿੱਤੇ ਬੰਧਨ ਕੀਨਾ। ਇੰਨੇ ਸਮੇਂ ਨੂੰ ਮਹਾਰਾਜ ਦਾ ਪਰਿਵਾਰ ਵੀ ਆ ਗਿਆ। ਸਭ ਤੋਂ ਵੱਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਸਾਹਿਬ, ਉਹਨਾਂ ਨੇ ਆਣ ਕੇ ਸਤਿਗੁਰੂ ਪਿਤਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ ਹੈ। ਸੂਰਜ ਮਲ ਅਨਰਾਏ ਪ੍ਰਵੀਨ। ਬਾਬਾ ਸੂਰਜਮਲ ਜੀ ਸਾਹਿਬ, ਬਾਬਾ ਅਣੀ ਰਾਏ ਜੀ ਸਾਹਿਬ ਜੋ ਬ੍ਰਹਮ ਗਿਆਨੀ ਹਨ। ਅਟਲ ਰਾਏ ਤਿਥ ਕਰ ਕਰ ਨਮ। ਔਰ ਬਾਬਾ ਅਟਲ ਰਾਏ ਜੀ ਸਾਹਿਬ, ਇਹ ਸਤਿਗੁਰੂ ਗਰੀਬ ਨਵਾਜ ਮਹਾਰਾਜ ਦੇ ਸਾਹਿਬਜ਼ਾਦਿਆਂ ਨੇ ਚਾਰਾਂ ਨੇ ਆਣ ਕੇ ਨਮਸਕਾਰ ਕੀਤੀ। ਰੇ ਸੁਤ ਚਤੁਰ ਪਿਖੇ ਤਿਹ ਸਮ। ਇਸ ਵੇਲੇ ਮਾਨ ਨੇ ਆਪਣੇ 4 ਸਾਹਿਬਜ਼ਾਦੇ ਆਪਣੇ ਨੇਤਰਾਂ ਦੇ ਨਾਲ ਤੱਕੇ ਹਨ। ਤੇਗ ਬਹਾਦਰ ਅੰਕ ਉਠਾਏ। 5ਵੇਂ ਸਾਹਿਬਜ਼ਾਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਦਾ ਵੀ ਬਚਨ ਸੁਣ ਲਓ। ਉਹਨਾਂ ਨੂੰ ਆਪਣੇ ਅੰਕ ਵਿੱਚ, ਆਪਣੀ ਗੋਦ ਵਿੱਚ ਬਿਠਾਇਆ। ਕਿਹਨਾਂ ਨੇ ਬਿਠਾਇਆ? ਵੇਖਿਓ ਪਿਤਾ ਵੀਰੋ ਤਬ ਆਏ। ਵੀਰੋ ਜੀ ਸਾਹਿਬ ਜੀ ਨੇ ਆਪਣੇ ਛੋਟੇ ਭਰਾਤਾ ਕਰਨ ਕਾਰਨ ਕਾਦਰ ਧਰਮ ਦੀ ਚਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਦ ਵਿੱਚ ਲਿਆ ਹੋਇਆ। ਭੈਣਾਂ ਦੀ ਮਮਤਾ ਹੈ ਨਾ, ਵੱਡੀਆਂ ਭੈਣਾਂ ਛੋਟਿਆਂ ਭਰਾਵਾਂ ਨੂੰ ਇਸ ਤਰ੍ਹਾਂ ਗੋਦ ਵਿੱਚ ਹੀ ਚੁੱਕਿਆ ਕਰਦੀਆਂ ਨੇ, ਮਮਤਾ ਦੇ ਨਾਲ, ਮੁਹੱਬਤ ਦੇ ਨਾਲ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਬੀਬੀ ਵੀਰੋ ਜੀ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਭ ਤੋਂ ਛੋਟੇ ਸਾਹਿਬਜ਼ਾਦਾ ਹਨ। ਔਰ ਬੀਬੀ ਵੀਰੋ ਜੀ ਸਾਹਿਬ ਜੀ ਦਾ ਵਿਆਹ ਆਨੰਦ ਕਾਰਜ ਹੋ ਚੁੱਕਿਆ ਹੈ। ਆਪਾਂ ਸਾਰਿਆਂ ਨੇ ਸਰਵਣ ਕੀਤਾ। ਲੰਮਾ ਅਰਸਾ ਹੋ ਗਿਆ ਅੰਮ੍ਰਿਤਸਰ ਸਾਹਿਬ ਜੀ ਦੀ ਪਹਿਲੀ ਜੰਗ ਜੋ ਤੋਂ ਬਾਅਦ। ਸੋ ਇਸ ਤਰ੍ਹਾਂ ਆਪ ਜੀ ਦਾ ਵਿਆਹ ਆਨੰਦ ਕਾਰਜ ਝਬਾਲ ਨਗਰ ਵਿਖੇ ਹੋਇਆ ਸੀ ਨਾ, ਸੋ ਕਾਫੀ ਅਰਸਾ ਹੋ ਗਿਆ ਹੈ। ਤੋ ਇਸ ਕਰਕੇ ਉਹ ਸਿਆਣੇ ਹਨ ਤੇ ਇਹਨਾਂ ਦਾ ਜਿਹੜਾ ਸਰੀਰ ਹੈ ਜੇ ਸੂਖਮ ਹੈ। ਤੋ ਛੋਟੇ ਭਰਾਤਾ ਨੂੰ ਗੋਦ ਵਿੱਚ ਲਿਆ ਬੀਬੀ ਵੀਰੋ ਜੀ ਸਾਹਿਬ ਜੀ ਨੇ, ਧਿਆਨ ਕੇ ਨਮਸਕਾਰ ਕੀਤੀ ਕਰਵਾਈ ਹੈ। ਸੁਤਾ ਅੰਕ ਤੇ ਸੁਤ ਕੋ ਲੀਨ। ਔਰ ਮਹਾਰਾਜ ਨੇ ਕੀ ਕੀਤਾ? ਬੀਬੀ ਵੀਰੋ ਜੀ ਸਾਹਿਬ ਜੀ ਤੋਂ ਸੋ ਉਹਨਾਂ ਦੇ ਹੱਥਾਂ ਵਿੱਚੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਸਾਹਿਬਜ਼ਾਦਾ ਨੂੰ ਗੋਦ ਵਿੱਚ ਲਿਆ। ਸ੍ਰੀ ਗੁਰ ਪ੍ਰੇ ਦੁਲਾਰ ਬਹੁ ਕੀਨ। ਮਹਾਰਾਜ ਨੇ ਪ੍ਰੇਮ ਦੇ ਨਾਲ ਲਾਡ ਲਡਾਇਆ। ਸਾਧ ਸੰਗਤ ਜੀ, ਗੁਰੂ ਘਰ ਦੀ ਮਰਜ਼ਾਦਾ ਸੀ, ਜਦੋਂ ਸਤਿਗੁਰੂ ਜੀ ਗੁਰਿਆਈ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਸਨ, ਕੋਈ ਵੀ ਸਾਹਿਬਜ਼ਾਦਾ ਮਹਾਰਾਜ ਦੀ ਗੋਦ ਵਿੱਚ ਨਹੀਂ ਸੀ ਸੱਜਿਆ ਕਰਦਾ। ਇਹ ਗੁਰੂ ਘਰ ਦੀ ਰੀਤੀ ਸੀ, ਗੁਰੂ ਘਰ ਦੀ ਮਰਜ਼ਾਦਾ ਸੀ। ਇਹ ਇਤਿਹਾਸ ਵਿੱਚ ਐਸਾ ਸਿਰਫ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਬਤ ਹੀ ਮਿਲਦਾ ਕਿ ਆਪ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਿਆਈ ਗੁਰਤਾ ਗੱਦੀ ਤੇ ਸੱਜਿਆ ਕਰਦੇ ਸਨ ਤੇ ਆਪ ਜੀ ਗੋਦ ਵਿੱਚ ਲੈ ਲਿਆ ਕਰਦੇ ਸਨ। ਫਿਰ ਇੱਥੋਂ ਤੱਕ ਆਉਂਦਾ ਕਿ ਜਦੋਂ ਆਪ ਜੀ ਦਾ ਆਗਮਨ ਹੋਇਆ ਅੰਮ੍ਰਿਤ ਵੇਲੇ, ਉਦੋਂ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਸਨ। ਫਿਰ ਜਾ ਕੇ ਗੁਰਸਿੱਖਾਂ ਨੇ ਦੱਸਿਆ ਮਹਾਰਾਜ ਅੰਮ੍ਰਿਤ ਵੇਲੇ ਸਾਹਿਬਜ਼ਾਦਾ ਆਏ ਨੇ ਗੁਰੂ ਕੇ ਮਹਿਲਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ। ਮਹਾਰਾਜ ਨੇ ਸਾਰਾ ਕੀਰਤਨ ਸੁਣਿਆ ਤੇ ਜਾ ਕੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਦਰਸ਼ਨ ਪਾਇਆ ਤੇ ਸਿਰ ਝੁਕਾਇਆ, ਸੀਸ ਝੁਕਾਇਆ ਜੀ, ਬੰਦਨ ਕੀਤੀ। ਉਸ ਵੇਲੇ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਕਿਹਾ ਸੀ, ਮਹਾਰਾਜ ਸਭ ਸਿੱਖ ਪੁੱਤਰ ਆਪ ਜੀ ਨੂੰ ਨਿਆਉਂਦੇ ਹਨ, ਪਰ ਆਪ ਜੀ ਮਹਾਰਾਜ ਪੁੱਤਰ ਨੂੰ ਕਿਉਂ ਨਮਸਕਾਰ ਕਰੀ ਹੈ? ਇਹ ਮਰਜ਼ਾਦਾ ਪਹਿਲੀ ਵਾਰੀ ਗੁਰੂ ਨਾਨਕ ਦੇ ਘਰ ਵਿੱਚ ਦੇਖ ਰਹੇ ਆ। ਮਹਾਰਾਜ ਨੇ ਮੁਸਕਰਾ ਕੇ ਕਿਹਾ ਸੀਗਾ ਵੀ ਇਹ ਬੇਅੰਤ ਚੋਜਾਂ ਦੇ ਮਾਲਕ ਹੋਣਗੇ ਤੇ ਇਹਨਾਂ ਦੇ ਘਰੇ ਜੋ ਆਗਮਨ ਲੈਣਗੇ ਉਹ ਤੇ ਨਿਆਰੀ ਹੀ ਖੇਡ ਹੋਵੇਗੀ।
ਇਹ ਨਮਸਕਾਰ ਦੇ ਯੋਗ ਹਨ। ਵਿਧੀ ਚੰਦ ਜੀ ਸਾਹਿਬ ਇਹ ਬਚਨ ਇੱਥੇ ਗੁਪਤ ਕਰ ਦਿਓ। ਤੋ ਇਸ ਪ੍ਰਕਾਰ ਫਿਰ ਮਹਾਰਾਜ ਦੀ ਕਥਾ ਤੇ ਵੀ ਆਉਂਦਾ ਕਿ ਆਪ ਜੀ ਸਭ ਤੋਂ ਛੋਟੇ ਸਾਹਿਬਜ਼ਾਦਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਸੀਤ ਪ੍ਰਸ਼ਾਦ ਬਚਿਆ ਹੋਇਆ ਥਾਲ ਵਿੱਚੋਂ ਵਿਸ਼ੇਸ਼ ਰੂਪ ਦੇ ਵਿੱਚ ਆਪ ਜੀ ਦਇਆ ਕਰਦੇ ਸਨ। ਇਸ ਤਰ੍ਹਾਂ ਦੇ ਗੁਰੂ ਨਾਨਕ ਦੇ ਘਰ ਦੇ ਵਿਸ਼ੇਸ਼ ਵਰਤਾਰੇ ਸਨ ਇਹ। ਤੋਂ ਮਹਾਰਾਜ ਨੇ ਉਸ ਵੇਲੇ ਬੀਬੀ ਵੀਰੋ ਜੀ ਸਾਹਿਬ ਜੀ ਤੋਂ ਆਪਣੀ ਪੁੱਤਰੀ ਤੋਂ ਸਭ ਤੋਂ ਛੋਟੇ ਸਾਹਿਬਜ਼ਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੈ ਕੇ ਆਪਣੀ ਗੋਦ ਵਿੱਚ ਲਿਆ। ਹਿਮ ਸਭ ਹਿਨ ਕੋ ਦਰਸ ਦਿਖਾਵਾ। ਇਸ ਤਰ੍ਹਾਂ ਮਾਂ ਨੇ ਆਪਣੇ ਸਾਹਿਬਜ਼ਾਦੇ ਪੁੱਤ ਪੁੱਤਰੀਆਂ ਨੂੰ ਦਰਸ਼ਨ ਦਿਖਾਇਆ। ਦੇਖ ਦੇਖ ਸਭ ਮੋਦ ਉਪਾਵਾ। ਦੇਖ ਦੇਖ ਕੇ ਸਾਰੇ ਬਹੁਤ ਪ੍ਰਸੰਨ ਹੋਏ। ਇਹ ਕੌਤਕ ਤੱਕਿਆ ਜਦੋਂ ਇਤਨੇ ਮੈਂ ਸੰਗਤ ਬੋ ਆਈ। ਇੰਨੇ ਸਮੇਂ ਨੂੰ ਹੋਰ ਜਿਹੜੀਆਂ ਸੰਗਤਾਂ ਦੀਵਾਲੀ ਤੇ ਆਉਂਦੀਆਂ ਸਨ ਉਹ ਵੀ ਆਈਆਂ। ਅਨਕ ਅਕੋਰ ਪਦਾਰਥ ਲਿਆਈ। ਬਹੁਤ ਸਾਰੀਆਂ ਅਕੋਰ ਭੇਟਾਵਾਂ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਸੰਗਤ ਨੇ ਅਰਪਣ ਕਰੇ। ਤਖਤ ਅਕਾਲ ਬਿਰਾਜੇ ਆਨ। ਮਹਾਰਾਜ ਆਣ ਕੇ ਅਕਾਲ ਤਖਤ ਤੇ ਬਿਰਾਜਮਾਨ ਹੋਏ। ਦਰਸੈ ਸਿੱਖ ਗਨ ਗੁਰੂ ਔਰ ਭਗਵਾਨ। ਸਮੂਹ ਸਿੱਖ ਜਿਹੜੇ ਆਣ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਸ਼ਨ ਪਾਉਂਦੇ ਹਨ। ਪੈਂਦੇ ਖਾਨ ਪਹੁੰਚ ਤਿਨ ਮਿਲੇ। ਇੰਨੇ ਸਮੇਂ ਨੂੰ ਪੈਂਦੇ ਖਾਨ ਵੀ ਆਇਆ। ਮਹਾਰਾਜ ਦਾ ਦਰਸ਼ਨ ਪਾਇਆ ਇਸਨੇ। ਸੰਗ ਭਰ ਜਾ ਲਿਆਏ ਸੁਹੇਲੇ। ਨਾਲ ਆਪਣੀ ਤਰੀਮਤ ਔਰਤ ਨੂੰ ਵੀ ਲੈ ਕੇ ਆਇਆ। ਪਰਿਵਾਰ ਦੇ ਸਮੇਤ ਦਰਸ਼ਨ ਪਾਇਆ। ਮਿਲਿਓ ਗੁਰੂ ਸਨ ਕਰ ਪਗ ਨਮੋ। ਇਸ ਤਰ੍ਹਾਂ ਮਹਾਰਾਜ ਨੂੰ ਨਮਸਕਾਰ ਕੀਤੀ ਪਰਿਵਾਰ ਦੇ ਸਮੇਤ। ਸਤਿਗੁਰੂ ਗਰੀਬ ਨਵਾਜ ਮਹਾਰਾਜ ਦੇ ਚਰਨਾਂ ਤੇ ਝੁਕੇ ਹਨ। ਬੂਝ ਕੁਸਲ ਸਾਦਰ ਤੇ ਸਮੋ। ਉਸ ਵੇਲੇ ਸਤਿਗੁਰੂ ਜੀ ਮਹਾਰਾਜ ਨੇ ਪੈਂਦੇ ਖਾਨ ਦੇ ਪਰਿਵਾਰ ਦੀ ਔਰ ਪੈਂਦੇ ਖਾਨ ਦੀ ਸੁਖ ਸਾਂਦ ਪੁੱਛੀ ਹੈ। ਸਾਥ ਭਾਰ ਜਾ ਸੁਨ ਸੁਖ ਕਦਨ। ਉਸ ਵੇਲੇ ਗਰੀਬ ਨਵਾਜ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਆਪ ਜੀ ਦੀ ਬਖਸ਼ਿਸ਼ ਦੇ ਨਾਲ ਮੈਂ ਪਰਿਵਾਰ ਸਮੇਤ ਰਾਜੀ ਬਾਜੀ ਹਾਂ। ਕੋਲਾ ਕੋ ਦੀਨਸ ਤੇ ਸਦਨ। ਔਰ ਗਰੀਬ ਨਿਵਾਜ ਮਹਾਰਾਜ ਨੇ ਉਸ ਵੇਲੇ ਬੀਬੀ ਕੌਲਾਂ ਜੀ ਸਾਹਿਬ ਜੀ ਦਾ ਜਿਹੜਾ ਘਰ ਸੀ ਜਿੱਥੇ ਬੀਬੀ ਕੌਲਾਂ ਜੀ ਸਾਹਿਬ ਰਿਹਾ ਕਰਦੇ ਸਨ ਕੌਲਸਰ ਦੇ ਸਰੋਵਰ ਦੇ ਪਾਸ, ਉਹ ਜਗ੍ਹਾ ਜਿਹੜੀ ਆ ਪੈਂਦੇ ਖਾਨ ਨੂੰ ਦਿੱਤੀ। ਸਾਧ ਸੰਗਤ ਜੀ ਮਹਾਰਾਜ ਦਾ ਘਰ ਕਿੰਨਾ ਵੱਡਾ। ਮੁਸਲਮਾਨ ਲੋਕ ਜਿਹੜੇ ਨੇ ਜਦੋਂ ਆਪਣਾ ਘਰ ਵੀ ਬਣਾਉਂਦੇ ਨੇ ਤੇ ਪੱਛਮ ਵੱਲ ਨੂੰ ਉਹਨਾਂ ਦਾ ਮੁੱਖ ਹੁੰਦਾ ਹੈ। ਉਹਨਾਂ ਦੀ ਐਸੀ ਤਰਤੀਬ ਹੈ ਘਰ ਬਣਾਉਣ ਦੀ। ਆਪੋ ਆਪਣੀ ਆਸਥਾ ਹੈ ਨਾ, ਆਪੋ ਆਪਣੀ ਸ਼ਰਧਾ ਹੈ ਨਾ। ਮੁਸਲਮਾਨਾਂ ਦੇ ਘਰ ਦੂਰੋਂ ਪਛਾਣੇ ਜਾਂਦੇ ਨੇ, ਸਿੱਖਾਂ ਦੇ ਘਰ ਵੀ ਦੂਰੋਂ ਹੀ ਪਛਾਣੇ ਜਾਂਦੇ ਨੇ। ਉਹਨਾਂ ਦੇ ਆਪਣੇ ਨਿਸ਼ਾਨ, ਆਪਣੀ ਤਰਤੀਬ, ਆਪਣਾ ਹੀ ਉਹਨਾਂ ਦਾ ਰੰਗ ਢੰਗ ਹੁੰਦਾ ਹੈ। ਤੇ ਇਹ ਵੀ ਕਥਾ ਜਾਂਦਾ ਹੈ ਕਿ ਮਹਾਰਾਜ ਨੇ ਬੀਬੀ ਕੌਲਾਂ ਜੀ ਸਾਹਿਬ ਜੀ ਨੂੰ ਆਪ ਕੁਰਾਨ ਲਿਆ ਕੇ ਦਿੱਤੀ ਸੀ ਵੀ ਆਹ ਤੂੰ ਕੁਰਾਨ ਦਾ ਮੁਤਾਲਾ ਕਰਿਆ ਕਰ, ਆਪਣੇ ਦੀਨ ਵਿੱਚ ਆਪਣੇ ਮਜ਼ਹਬ ਦੇ ਵਿੱਚ ਤੂੰ ਪੱਕੀ ਰਹਿ। ਫਿਰ ਨਾ ਇਹਦਾ ਨਾਮ ਬਦਲ ਰਿਹਾ। ਫਿਰ ਇਹਦੀ ਕਬਰ ਵੀ ਬਣੀ ਹੈ ਬੀਬੀ ਕੌਲਾਂ ਜੀ ਸਾਹਿਬ ਜੀ ਦੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ। ਇਹ ਮਹਾਰਾਜ ਦੇ ਘਰ ਦਾ ਸਾਧ ਸੰਗਤ ਜੀ ਵਡੱਪਣ ਸੀ। ਸਾਰਿਆਂ ਨੂੰ ਮਹਾਰਾਜ ਨੇ ਥਾਂ ਦਿੱਤੀ ਹੈ। ਕੋਈ ਆਪਣੇ ਸਿਦਕ ਦੇ ਨਾਲ, ਬਹੁਤ ਸਾਰੇ ਜਿਹੜੇ ਮੁਸਲਮਾਨ ਭਾਈ ਮਹਾਰਾਜ ਦੇ ਸਿੱਖ ਸੱਜੇ ਆਪਣੀ ਭਾਵਨਾ ਦੇ ਨਾਲ ਤੇ ਜਿਉਂ ਆਇਆ, ਪਰ ਕੋਈ ਪ੍ਰੈਸ਼ਰ ਬਣਾ ਕੇ ਜਾਂ ਇਸ ਤਰ੍ਹਾਂ ਦੀ ਮਹਾਰਾਜ ਦੇ ਘਰ ਦੀ ਭਾਵਨਾ ਨਹੀਂ ਰਹੀ ਕਦੇ ਵੀ। ਫਿਰ ਪੈਂਦੇ ਖਾਂ ਆਪਣੀ ਔਰਤ ਦੇ ਸਮੇਤ ਆਇਆ ਸੀ। ਇਹਨੂੰ ਬੀਬੀ ਕੌਲਾਂ ਜੀ ਸਾਹਿਬ ਜੀ ਦੇ ਰਹਿਣ ਵਾਲੀ ਜਗ੍ਹਾ ਜਿਹੜੀ ਹੈ, ਉਹਨਾਂ ਦੇ ਰਹਿਣ ਵਾਲੀ ਥਾਂ, ਉਹਦੇ ਵਿੱਚ ਇਹਨੂੰ ਟਿਕਾਇਆ ਕਿ ਤੂੰ ਉੱਥੇ ਆਪਣਾ ਸੁੱਖ ਲੈ। ਵਸਿਓ ਤਹਾਂ ਆਨੰਦ ਉਪਜਾਏ। ਪਰਿਵਾਰ ਦੇ ਸਮੇਤ ਬੜੇ ਸੁੱਖ ਦੇ ਸਹਿਤ ਪੈਂਦੇ ਖਾਂ ਉੱਥੇ ਬਸਿਆ। ਗੁਰ ਕਰਤੇ ਸਭ ਹੀ ਕੁਛ ਪਾਏ। ਮਹਾਰਾਜ ਦੇ ਘਰ ਤੋਂ ਸਾਰੇ ਪਦ ਪਦਾਰਥ ਇਹਨੇ ਪ੍ਰਾਪਤ ਕੀਤੇ ਹਨ। ਚਾਰੋਂ ਦਿਸ ਤੇ ਆਇਓ ਮੇਲਾ। ਇਸ ਤਰ੍ਹਾਂ ਚਾਰ ਦਿਸ਼ਾਵਾਂ ਤੋਂ ਸੰਗਤ ਦਾ ਵੱਡਾ ਭਾਰੀ ਮੇਲਾ ਹੋਇਆ। ਕਰ ਸਨਾਨ ਤੇ ਜਨਮ ਸੁਹੇਲਾ। ਜਿਹੜੀਆਂ ਨੇ ਅੰਮ੍ਰਿਤਸਰ ਸਾਹਿਬ ਜੀ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ, ਆਪਣੇ ਜਨਮ ਨੂੰ ਸੁਹੇਲਾ ਬਣਾਉਂਦੀਆਂ ਹਨ। ਦਰਸ਼ਨ ਕਰ ਹੈ ਗੁਰੂ ਬਰਬੀਰ। ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਖੁੱਲਾ ਦਰਸ਼ਨ ਸੰਗਤਾਂ ਪਾ ਰਹੀਆਂ। ਹੋਏ ਬਹੁਤ ਸੰਗਤ ਕੀ ਭੀੜ। ਬਹੁਤ ਵੱਡੀ ਗਿਣਤੀ ਵਿੱਚ ਮਹਾਰਾਜ ਦੇ ਪਾਸ ਸੰਗਤਾਂ ਦੀਆਂ ਭੀੜਾਂ। ਸਾਧ ਸੰਗਤ ਕੀ ਭੀੜ ਜੋ ਪਾਈ ਤਾਂ ਨਾਨਕ ਹਰ ਸੰਗ ਮੇਰੀਆ। ਅਰਪ ਅਕੋਰਨ ਲਗ ਹੈ ਅੰਬਾਰਾ। ਮਹਾਰਾਜ ਦੇ ਅੱਗੇ ਸੋਹਣੀਆਂ ਭੇਟਾਵਾਂ ਅਰਪ ਰਹੇ ਨੇ। ਅੰਬਾਰਾਂ ਦੇ ਅੰਬਾਰ, ਢੇਰਾਂ ਦੇ ਢੇਰ ਲੱਗੇ ਹਨ। ਵਸਤਰ ਵਿਭੂਖਣ ਹੈ ਹਥਿਆਰਾ। ਸੋਹਣੇ ਵਸਤਰ, ਵਿਭੂਸ਼ਣ, ਗਹਿਣੇ ਹੈ, ਘੋੜੇ ਅਤੇ ਹਥਿਆਰ, ਇਹ ਮਹਾਰਾਜ ਨੂੰ ਅਰਪਣ ਕਰਦੇ ਹਨ। ਧਨ ਅਨਗਨ ਆਨਹਿ ਗੁਰ ਆਗੇ। ਔਰ ਮਹਾਰਾਜ ਦੇ ਪਾਸ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਧਨ ਦਮੜੇ ਵੀ ਲੈ ਕੇ ਆਉਂਦੀਆਂ ਨੇ।
ਕਿ ਗੁਰੂ ਘਰ ਵਿੱਚ ਹਰ ਪ੍ਰਕਾਰ ਦਾ ਖਰਚਾ ਹੈ ਔਰ ਪੁੰਨਦਾਨ ਗਰੀਬ ਗੁਰਬਿਆਂ ਨੂੰ ਕੀਤਾ ਜਾਂਦਾ ਹੈ। ਗੁਰੂ ਕੇ ਨਿਮਿਤ ਲੋਕ ਦਿੰਦੇ ਹਨ। ਅਰਪ ਅਰਪ ਸਗਰੇ ਸੁਖ ਮੰਗੇ। ਗੁਰਸਿੱਖ ਜਿਹੜੇ ਨੇ ਗ੍ਰਸਤੀਏ ਇਹ ਮਹਾਰਾਜ ਨੂੰ ਭੇਟਾਵਾਂ ਅਰਪ ਕੇ ਸੰਸਾਰ ਦੇ ਸੁਖ ਮੰਗਦੇ ਹਨ ਜੋ ਇੱਛਕ ਹਨ। ਸਤਿਗੁਰ ਖੁਸ਼ੀ ਸਭਿਨ ਪਰ ਧਰੀ। ਜਿਨ੍ਹਾਂ ਨੇ ਜੋ ਇੱਛਾ ਲੈ ਕੇ ਮਹਾਰਾਜ ਦਾ ਜੋ ਇੱਛਾ ਸੋ ਫਲ ਪਾਏ ਸੀ। ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਜੋ ਇੱਛਾ ਸੀ ਉਹਨਾਂ ਨੂੰ ਪ੍ਰਾਪਤ ਹੋਇਆ। ਕਿਸੇ ਨੂੰ ਪੁੱਤ, ਕਿਸੇ ਨੂੰ ਧਨ, ਕਿਸੇ ਨੂੰ ਲక్ష్ਮੀ ਤੇ ਖੜ ਮੇਲੇ ਹਰ ਨਿਸਤਾਰੇ। ਕੋਈ ਮਹਾਰਾਜ ਦੇ ਨਾਲ ਮਿਲਿਆ ਚਾਹੁੰਦਾ, ਸਤਿਗੁਰਾਂ ਨੇ ਕਿਰਪਾ ਕੀਤੀ, ਬਾਂਹ ਫੜ ਕੇ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਮਿਲਿਆ। ਕਹਿਣ ਤੋਂ ਭਾਵ ਜੋ ਵੀ ਲੋਕ ਪਰਲੋਕ ਦੀਆਂ ਇੱਛਾਵਾਂ ਲੈ ਕੇ ਜਗਿਆਸੂ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਏ, ਮਾਨ ਨੇ ਲੋਕ ਪਰਲੋਕ ਦੇ ਸੁਖ ਦਿੱਤੇ ਹਨ। ਸੰਗਤ ਸਕਲ ਵਿਸਰਜਨ ਕਰੀ। ਇਸ ਤਰ੍ਹਾਂ ਮਾਨ ਨੇ ਸਾਰੀ ਸੰਗਤ ਨੂੰ ਉਥੋਂ ਵਿਦਾ ਕੀਤਾ ਹੈ, ਸਰੋਪੇ ਦਿੱਤੇ, ਖੁਸ਼ੇ ਦਿੱਤੇ ਹਨ। ਹੁਣ ਗੁਰ ਸੁਖ ਜੁਤ ਦਿਵਸ ਬਿਤਾਏ। ਇਸ ਤਰ੍ਹਾਂ ਗਰੀਬ ਨਿਵਾਜ ਮਹਾਰਾਜ ਜੀ ਨੇ ਆਪਣਾ ਸਮਾਂ ਪਰਿਵਾਰ ਦੇ ਸਮੇਤ ਬਤੀਤ ਕੀਤਾ। ਪੈਂਦੇ ਖਾਂ ਨਿਤ ਨਿਕਟ ਰਹਾਏ। ਪੈਂਦੇ ਖਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਿਤ ਹੀ ਪਾਸ ਹਜ਼ੂਰੀ ਵਿੱਚ ਹਾਜ਼ਰ ਰਹਿੰਦਾ ਹੈ। ਬੂਝਿਓ ਗੁਰੂ ਤੁਰੰਗਮ ਜੋਈ। ਉਸ ਵੇਲੇ ਗਰੀਬ ਨਿਵਾਜ ਮਹਾਰਾਜ ਜੀ ਨੇ ਪੁੱਛਿਆ, ਹੇ ਪੈਂਦਿਆ ਜਿਹੜਾ ਆਖੇ ਤੈਨੂੰ ਅਸਾਂ ਨੇ ਘੋੜਾ ਦਿੱਤਾ ਸੀਗਾ, ਸੋਹਿ ਤੇ ਪਠਿਓ ਕਹੋ ਕਸ ਸੋਈ। ਉਹ ਜਿਹੜਾ ਘੋੜਾ ਤੇਰੇ ਵਾਸਤੇ ਭੇਜਿਆ ਸੀ, ਕਿਉਂਕਿ ਮਹਾਰਾਜ ਦੇ ਪਾਸ 5 ਘੋੜੇ ਆਏ ਸੀ ਨਾ ਪਿੱਛੇ, ਭਾਈ ਸੁਭਾਗਾ ਲੈ ਕੇ ਆਇਆ ਸੀ। ਜਿਹੜੀਆਂ ਸੰਗਤਾਂ ਰੋਜ਼ ਕਥਾ ਸੁਣਦੀਆਂ ਨੇ, ਗੁਰੂ ਕੇ ਨੇਮੀ ਪ੍ਰੇਮੀ ਸਿਦਕੀ ਗੁਰਸਿੱਖ ਮਹਾਰਾਜ ਦੇ ਚਰਨਾਂ ਵਿੱਚ, ਇੱਥੇ ਵੀ ਬਹੁਤ ਸਾਰੀ ਸੰਗਤ ਰੋਜ਼ ਸ਼ਾਮ ਨੂੰ ਬਿਨ ਨਾਗੇ ਤੋਂ ਕਥਾ ਸਰਵਣ ਕਰਦੀ ਹੈ। ਔਰ ਥਾਵਾਂ ਪ੍ਰਥਾਵਾਂ, ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਗੁਰਸਿੱਖ ਸਿਦਕੀ ਮਹਾਰਾਜ ਦੀ ਕਥਾ ਸੁਣਦੇ ਨੇ। ਇਹ ਜਦੋਂ ਮਹਾਰਾਜ ਦਾ ਘੋੜਾ ਸ਼ਹੀਦ ਹੋ ਗਿਆ ਸੀ ਮੈਦਾਨੇ ਜੰਗ ਦੇ ਵਿੱਚ, ਮਹਾਰਾਜ ਘੋੜੇ ਨੂੰ ਬੜਾ ਯਾਦ ਕਰਦੇ ਸੀ ਤੇ ਕਹਿਣਾ ਆਪੇ ਗੁਰੂ ਨਾਨਕ ਸਾਹਿਬ ਭੇਜੇਗਾ, ਕਿਉਂਕਿ ਕੋਈ ਆਮ ਘੋੜਾ ਸਤਿਗੁਰਾਂ ਦੀ ਸਵਾਰੀ ਦੇ ਸਮਰੱਥ ਨਹੀਂ ਸੀਗਾ। ਭਾਈ ਮਹਾਰਾਜ ਦਾ ਡੀਲ ਡੋਲ ਬਹੁਤ ਵੱਡਾ ਭਾਰੀ ਸੀ। ਜੇ ਸਤਿਗੁਰਾਂ ਦਾ ਡੀਲ ਡੋਲ ਵੇਖਣਾ ਹੋਵੇ ਨਾ ਤੇ ਮਹਾਰਾਜ ਦੇ ਚੋਗਿਆਂ ਦੇ ਦਰਸ਼ਨ ਕਰੋ, ਮਹਾਰਾਜ ਦੇ ਦਮਾਲਿਆਂ ਦੇ ਦਰਸ਼ਨ ਕਰੋ, ਫਿਰ ਪਤਾ ਚੱਲਦਾ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦਾ ਕੈਸਾ ਡੀਲ ਡੋਲ ਸੀਗਾ ਜੀ। ਇਸ ਪ੍ਰਕਾਰ ਤੋਂ ਇਹ 5 ਘੋੜੇ ਲੈ ਕੇ ਆਇਆ ਸੀ ਭਾਈ ਸੁਭਾਗਾ ਜਾਂ ਭਾਈ ਵਡਭਾਗਾ, ਵਪਾਰੀ ਸੀ ਇਹ ਘੋੜਿਆਂ ਦਾ। ਇਹ ਬੜੇ ਲਕਾ ਲਕਾ ਕੇ ਇਹਨੇ ਘੋੜੇ ਲਿਆਂਦੇ ਸੀ। ਘੋੜੇ ਚੰਗੀ ਨਸਲ ਦੇ ਸੀਗੇ, ਪਰ ਭੱਦੇ ਜੇ ਭੈੜੇ ਜੇ ਕੱਪੜੇ ਉੱਤੇ ਪਾ ਲੈਣੇ, ਵੇਖਣ ਨੂੰ ਲੱਗਣ ਘੋੜੇ ਬਿਮਾਰ ਜੇ, ਬਸ ਏਦਾਂ ਹੀ ਨੇ। ਉਹ 5 ਘੋੜੇ ਸੀ। ਮਾਨ ਨੇ ਆਪਣੇ ਪਾਸ ਰੱਖੇ। ਭਾਈ ਬਿਧੀ ਚੰਦ ਜੀ ਸਾਹਿਬ ਜੀ ਨੂੰ ਦਿੱਤੇ ਸੀ, ਭਾਈ ਗੋਪਾਲੇ ਨੂੰ ਤੇ ਪੈਂਦੇ ਨੂੰ ਦਿੱਤਾ ਸੀ ਇੱਕ ਘੋੜਾ, ਉਹ ਵੀ ਚੰਗਾ ਬਲੀ ਸੀ ਘੋੜਾ। ਤੋਂ ਮਹਾਰਾਜ ਨੇ ਪੁੱਛਿਆ, ਪੈਂਦਿਆ ਅਖੇ ਜਿਹੜਾ ਘੋੜਾ ਤੈਨੂੰ ਦਿੱਤਾ ਸੀ ਉਹਦਾ ਕੀ ਕੀਤਾ ਹੈ? ਹੱਥ ਜੋੜ ਕਰ ਖਾਨ ਬਖਾਨਾ। ਇਸ ਖਾਨ ਪਠਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਹਥਿਆਰ ਨੀਕ ਜੋ ਜਾਨਾ। ਜਿਹੜਾ ਸੋਹਣਾ ਹੈ ਘੋੜਾ ਤੇ ਹਥਿਆਰ ਜੋ ਜਾਣਿਆ ਸੀ। ਕਰਹੁ ਮਿਹਰ ਸੋ ਮੋਹ ਕੋ ਦਹਿ। ਮਹਾਰਾਜ ਮਿਹਰ ਕਰਦੇ ਹੋ ਤੁਸੀਂ, ਉਹ ਘੋੜੇ ਅਤੇ ਹਥਿਆਰ ਮੈਨੂੰ ਦਿੰਦੇ ਹੋ। ਇੱਕ ਹੈ ਕਹਾ ਸਕਲ ਸੁਖ ਪੈ। ਮਹਾਰਾਜ ਇੱਕ ਘੋੜੇ ਦੀ ਗੱਲ ਛੱਡੋ, ਤੁਹਾਡੇ ਕੋਲੋਂ ਤੇ ਸਾਰੇ ਸੁਖ ਮੈਂ ਮਾਣੇ ਹਨ। ਮਹਾਰਾਜ ਰਾਵਰ ਕੇ ਸੰਗ। ਮਹਾਰਾਜ ਆਪ ਜੀ ਦੇ ਨਾਲ ਆਇਓ ਭਇਓ ਅਗਾਰੀ ਤੇ ਬੜ ਜੰਗ। ਮਹਾਰਾਜ ਅੱਗੇ ਤੁਹਾਡੇ ਨਾਲ ਇੱਕ ਜੰਗ ਯੁੱਧ ਬਹੁਤ ਵੱਡਾ ਹੋਇਆ ਹੈ। ਨਹੀਂ ਦਾਸ ਕੋ ਨਿਕਟ ਬੁਲਾਇਓ। ਮਹਾਰਾਜ ਜਦੋਂ ਜੰਗ ਯੁੱਧ ਭਇਆ, ਮਹਾਰਾਜ ਉਸ ਵੇਲੇ ਮੈਨੂੰ ਕਿਉਂ ਨਹੀਂ ਬੁਲਾਇਆ? ਇਹ ਪੈਂਦੇ ਖਾਨ ਨੇ ਬੇਨਤੀ ਕਰੀ ਹੈ। ਪੂਰਬ ਸਮ ਮੈਂ ਕਾਮ ਨ ਆਇਓ। ਮਹਾਰਾਜ ਜਿਵੇਂ ਅੰਮ੍ਰਿਤਸਰ ਸਾਹਿਬ ਜੀ ਦੇ ਜੰਗ ਯੁੱਧ ਵਿੱਚ ਮੈਂ ਤੁਹਾਡੇ ਕੰਮ ਆਇਆ ਸੀ, ਹੋਰ ਜਿਹੜੇ ਜੰਗ ਯੁੱਧ ਨੇ ਉਹਨਾਂ ਵਿੱਚ ਮੈਂ ਤੁਹਾਡੇ ਕੰਮ ਨਹੀਂ ਆਇਆ, ਕੀ ਕਾਰਨ ਹੈ? ਸੁਨ ਗੁਰ ਕਹਿਓ ਕਾਜ ਕੁਛ ਥੋਰਾ। ਕਰਕੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਪੈਂਦਿਆ ਕੋਈ ਬਹੁਤੀ ਵੱਡੀ ਜੰਗ ਥੋੜਾ ਨਾ ਸੀ ਕਿਤੇ, ਵੈਸੇ ਜੰਗ ਬਹੁਤ ਵੱਡੀ ਸੀ। ਸਤਿਗੁਰੂ ਜੀ ਮਹਾਰਾਜ ਦੇ ਤਾਂ ਹੰਕਾਰ ਹੀ ਤੋੜਨਾ ਚਾਹੁੰਦੇ, ਕੋਈ ਛੋਟੀ ਜੀ ਗੱਲ ਨਹੀਂ। ਕਈ ਦਿਨ ਸੰਗਤਾਂ ਸੁਣਦੀਆਂ ਰਹੀਆਂ, ਕਈ ਹਫ਼ਤੇ ਉਹ ਜੰਗ ਯੁੱਧ ਦੀ ਕਥਾ ਚੱਲਦੀ ਰਹੀ। ਤਾਂ ਉਸ ਵੇਲੇ ਮਹਾਰਾਜ ਨੇ ਕਿਹਾ, ਪੈਂਦਿਆ ਕਿ ਕੋਈ ਬਹੁਤ ਵੱਡਾ ਕੰਮ ਨਾ ਸੀ ਕਿ ਤੈਨੂੰ ਬੁਲਾਉਂਦੇ ਅਸੀਂ। ਚਾਹਤ ਹਕਾਰਨ ਨਹਿ ਮਨ ਮੋਰਾ। ਕਿ ਸਾਡਾ ਮਨ ਤੈਨੂੰ ਬੁਲਾਉਣ ਦਾ ਬਿਲਕੁਲ ਵੀ ਨਹੀਂ ਸੀਗਾ। ਤੁਰ ਕੇ ਸਹਸਰ 5-10 ਆਏ। ਔਰ ਕਿਹਾ ਕਿ 15,000 ਦੀ ਗਿਣਤੀ ਵਿੱਚ ਇਹ ਜਿਹੜੇ ਤੁਰਕੜੇ ਸਨ ਚੜ ਕੇ ਆਏ। ਔਚਕ ਨਿਕਟ ਜੰਗ ਕੋ ਧਾਏ। ਮਹਾਰਾਜ ਨੇ ਦੱਸਿਆ ਕਿ ਅਚਾਨਕ ਹੀ ਇਹ ਜੰਗ ਦੇ ਵਾਸਤੇ ਧਾ ਕੇ ਆ ਪਏ। ਵਿਖ ਕਰ ਸਿੱਖ ਤਿਨ ਪਰ ਇਮ ਗਏ। ਔਰ ਕਿਹਾ ਕਿ ਉਹਨਾਂ ਤੁਰਕੜਿਆਂ ਨੂੰ ਵੇਖ ਕੇ ਮੇਰੇ ਜਿਹੜੇ ਸਿੱਖ ਸਨ,
ਉਹ ਐਵੇਂ ਧਾਵਾ ਬੋਲ ਕੇ ਪੈ ਗਏ। ਕਿਵੇਂ ਪੈ ਗਏ? ਠਗ ਪਰ ਬਾਜ ਛੁਦਤ ਜਿਮ ਜਿਵੇਂ ਕੋਈ ਭਏ। ਭੁੱਖਾ ਬਾਜ ਹੋਵੇ ਕਈ ਦਿਨਾਂ ਦਾ ਤੇ ਪੰਛੀ ਦੇ ਉੱਪਰ ਪੈ ਜਾਂਦਾ ਨਾ, ਨੋਚ ਕੇ ਉਹਨੂੰ ਰੱਖ ਦਿੰਦਾ ਹੈ। ਇਸ ਤਰ੍ਹਾਂ ਮੇਰੇ ਸਿੱਖ ਜਿਹੜੇ ਸਨ ਇਹਨਾਂ ਤੁਰਕੜਿਆਂ ਨੂੰ ਬਟੇਰੇ ਸਮਝ ਕੇ ਬਾਜ ਦੀ ਤਰ੍ਹਾਂ ਢਾ ਕੇ ਪੈ ਗਏ ਸਨ। ਸੁਬਟਣ ਇਮ ਪੁਰ ਸਾਰਥ ਕੀਨ। ਇਸ ਤਰ੍ਹਾਂ ਮੇਰੇ ਗੁਰਸਿੱਖਾਂ ਨੇ ਬਹੁਤ ਵੱਡਾ ਪੁਰਸ਼ਾਰਥ, ਬਹੁਤ ਵੱਡਾ ਬਲ ਆਪਣਾ ਤਾਣ ਦਿਖਾਇਆ ਕੇ ਹਰ ਹੱਥ ਹੈ ਹੇਰ ਗਜ ਪੀਨ। ਜਿਵੇਂ ਵੱਡੇ ਆਕਾਰ ਵਾਲੇ ਹਾਥੀ ਨੂੰ ਸੂਖਮ ਆਕਾਰ ਵਾਲਾ ਛੇਰ ਪਾੜ ਕੇ ਰੱਖ ਦਿੰਦਾ ਨਾ, ਖਿਲਾਰ ਕੇ ਰੱਖ ਦਿੰਦਾ ਆਪਣੀ ਬਲ ਬੁੱਧ ਦੇ ਨਾਲ, ਐਵੇਂ ਵੱਡੇ ਵੱਡੇ ਡੀਲ ਡੋਲ ਵਾਲੇ ਜਿਹੜੇ ਤੁਰਕੜੇ ਸਨ ਕੱਚਾ ਮਾਸ ਇਹ ਖਾਂਦੇ ਸਨ। ਦੁੱਬਾ ਜ਼ਿਬਾ ਕਰ ਲੈਣਾ ਇਹਨਾਂ ਨੇ ਤੇ ਅੱਗ ਬਾਲ ਲੈਣੀ ਤੇ ਨਾਲੇ ਮਾਸ ਵੱਢ ਕੇ ਕੱਚਾ ਹੀ ਇਹਨਾਂ ਨੇ ਖਾਂਦੇ ਰਹਿਣਾ। ਐਸੀ ਇਹਨਾਂ ਦੀ ਬਿਰਤੀ ਸੀ। ਜਦੋਂ ਇਹ ਦੁੰਬੇ ਨੂੰ ਜ਼ਿਬਾ ਕਰਦੇ ਸਨ ਇਹਨਾਂ ਵਿੱਚੋਂ ਇੱਕ ਬੰਦਾ ਲੋਟਾ ਲੈ ਕੇ ਆ ਜਾਂਦਾ ਸੀਗਾ, ਖੂਨ ਦਾ ਲੋਟਾ ਭਰ ਕੇ ਇਹਨਾਂ ਨੇ ਪੀਣਾ, ਨਾਲੇ ਆਪਣੀਆਂ ਮੁੱਛਾਂ ਝਾੜਨੀਆਂ। ਐਸੇ ਇਹ ਜੰਦਾਰ ਬਿਰਤੀ ਦੇ ਲੋਕ ਸਨ ਇਹ। ਸੋ ਬੜੇ ਵੱਡੇ ਆਕਾਰਾਂ ਦੇ ਸਨ ਇਹ ਮੁਗਲ ਅਤੇ ਤੁਰਕ। ਇਹ ਦੋ ਕੌਮਾਂ ਨੇ ਸਾਧ ਸੰਗਤ ਜੀ ਸਿੱਖ ਕੌਮ ਦੇ ਨਾਲ ਲੜਾਈ ਕੀਤੀ ਹੈ, ਚੜ੍ਹ ਕੇ ਆਏ ਸੀ। ਮੰਗੋਲ ਜਿਹੜੇ ਸਨ ਇਹ ਵਿਦੇਸ਼ੀ ਸਨ ਤੇ ਤੁਰਕ ਜਿਹੜੇ ਸਨ ਇਹ ਹਿੰਦੁਸਤਾਨੀ ਮੁਸਲਮਾਨ ਸਨ। ਇਹ ਦੋ ਕੌਮਾਂ ਮਹਾਰਾਜ ਦੇ ਉੱਪਰ ਚੜ੍ਹ ਕੇ ਆਈਆਂ ਤੇ ਅਖੀਰ ਨੂੰ ਝੜ ਕੇ ਗਈਆਂ ਸਨ। ਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਜਿਵੇਂ ਵੱਡ ਆਕਾਰੀ ਹੋਵੇ ਕੋਈ ਗੱਜ ਭਾਵ ਹਾਥੀ ਤੇ ਛੋਟੇ ਜਿਹੇ ਆਕਾਰ ਵਾਲਾ ਸ਼ੇਰ ਉਹਨੂੰ ਪਾੜ ਕੇ ਰੱਖ ਦਿੰਦਾ ਹੈ ਨਾ, ਇਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਿਮਾਣੇ ਨਿਤਾਣੇ ਗੁਰਸਿੱਖਾਂ ਨੇ ਇਹਨਾਂ ਤੁਰਕੜਿਆਂ ਦੇ ਹੰਕਾਰ ਨੂੰ ਚੀਰ ਕੇ ਰੱਖ ਦਿੱਤਾ। ਸਿੱਖਨ ਫਤਿਹ ਲਈ ਬਹੁ ਮਾਰੇ। ਔਰ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸਿੱਖਾਂ ਦੀ ਫਤਿਹ ਹੋਈ ਹੈ ਔਰ ਤੁਰਕਾਂ ਦੀ ਹਾਰ ਹੋਈ ਹੈ। ਏਕ ਸਹਸਰ ਬਚੇ ਭਜ ਹਾਰੇ। ਔਰ 1000 ਉਹਨਾਂ ਵਿੱਚੋਂ ਬਚਿਆ ਸੀ। ਉਹ ਆਪਣੀਆਂ ਜਾਨਾਂ ਬਚਾ ਕੇ ਹਾਰ ਕੇ ਭੱਜੇ ਸਨ ਖਬਰ ਦੇਣ ਵਾਸਤੇ। ਸੁਣ ਪੈਂਦੇ ਨੇ ਜਰੀ ਦੇ ਵਿਚਾਰੀ। ਸੁਣ ਕਰਕੇ ਪੈਂਦੇ ਖਾਨ ਨੇ ਮਹਾਰਾਜ ਦਾ ਇਹ ਬਚਨ ਰਮਜ ਦੇ ਨਾਲ ਭਰਿਆ ਹੋਇਆ ਤਾਂ ਮਨ ਵਿੱਚ ਵਿਚਾਰ ਕੀਤਾ ਇਸਨੇ। ਪੂਰਨ ਪੁਰਖ ਗੁਰੂ ਬਲ ਭਾਰੀ। ਇਹਨੇ ਜਾਣਿਆ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰਨ ਪੁਰਖ ਹਨ ਜੀ, ਵੱਡੇ ਭਾਰੇ ਬਲ ਵਾਲੇ ਹਨ। ਮਮ ਗਰਬਨ ਔਰ ਭਾ ਸਭ ਕੂਰੇ। ਔਰ ਕਿਹਾ ਕਿ ਜਿਹੜਾ ਮੇਰੇ ਮਨ ਦਾ ਗਰਭ ਹੰਕਾਰ ਸੀ ਉਹ ਝੂਠਾ ਕਰ ਛੱਡਿਆ ਹੈ। ਕਿਦੋਂ ਲਖਿਓ ਸੋ ਸਭ ਗੁਰ ਪੂਰੇ। ਤੇ ਉਹ ਮੇਰੇ ਹੰਕਾਰ ਨੂੰ ਸਤਿਗੁਰੂ ਜੀ ਮਹਾਰਾਜ ਜੀ ਨੇ ਜਾਣ ਕੇ ਉਹਨੂੰ ਦੂਰ ਕੀਤਾ ਹੈ। ਇਤਿਆਦਕ ਲਖ ਕਰ ਪਛੁਤਾਏ। ਇਤਿਆਦਕ ਇਹ ਮਨ ਵਿੱਚ ਆਪਣਾ ਔਗਣ ਜਾਣ ਕੇ ਬਹੁਤ ਜ਼ਿਆਦਾ ਪਛਤਾਇਆ ਹੈ। ਧੰਨ ਗੁਰੂ ਤੁਮ ਮੁਖੋ ਅਲਾਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਤੁਸੀਂ ਧੰਨ ਹੋ ਮਹਾਰਾਜ, ਧੰਨ ਹੋ ਆਪ। ਚਹੋ ਜਥਾ ਤਿਮ ਠਟ ਹੋ ਗੁਸਾਈ। ਮਹਾਰਾਜ ਜਿਵੇਂ ਆਪ ਜੀ ਚਾਹੁੰਦੇ ਹੋ ਤਿਵੇਂ ਹੀ ਆਪ ਜੀ ਕਰ ਲੈਂਦੇ ਹੋ। ਸਰਬ ਕਲਾ ਸਮਰੱਥ ਹੋ ਆਪ। ਕਰਾਮਾਤ ਸਾਹਿਬ ਅਧਿਕਾਈ। ਮਹਾਰਾਜ ਕਰਾਮਾਤਾਂ ਦੇ ਮਾਲਕ ਹੋ ਸਤਿਗੁਰੂ ਗਰੀਬ ਨਿਵਾਜ, ਸਾਰੇ ਜਹਾਨ ਦੇ ਪੂਜਨੀਕ ਹੋ ਆਪ। ਇਤਿਆਦਕ ਕਬ ਛਿ ਰਹਿ ਪ੍ਰਸੰਗ। ਕਹਿੰਦੇ ਇਤਿਆਦਕ ਕਦੇ ਕਦੇ ਮੈਦਾਨੇ ਜੰਗ ਦੇ ਜਿਹੜੇ ਪੁਰਾਣੇ ਪ੍ਰਸੰਗ ਹਨ, ਯੁੱਧ ਦੀਆਂ ਗਾਥਾਵਾਂ ਹਨ, ਉਹ ਛਿੜ ਪੈਂਦੀਆਂ। ਜਿਮ ਜਿਮ ਠਾਨੇ ਪੂਰਬ ਜੰਗ। ਜਿਵੇਂ ਸਤਿਗੁਰੂ ਜੀ ਮਾਨ ਨੇ ਇਸ ਤੋਂ ਪਹਿਲਾਂ ਜੰਗ ਯੁੱਧ ਕੀਤੇ, ਉਹ ਸੂਰਮੇ ਆਪਸ ਵਿੱਚ ਮਿਲ ਕੇ ਜੰਗ ਯੁੱਧ ਦਾ ਬਚਨ ਵਿਲਾਸ ਕਰਦੇ ਹਨ। ਬਿਨ ਹੰਕਾਰ ਪਇਓ ਤਬ ਪੈਂਦਾ। ਇਸ ਤਰ੍ਹਾਂ ਜਿਹੜਾ ਪੈਂਦੇ ਖਾਂ ਸੀਗਾ ਬਹੁਤ ਆਫਰਿਆ ਫਿਰਦਾ ਸੀ, ਇਹ ਹੰਕਾਰ ਤੋਂ ਬਿਨਾ ਹੋ ਗਿਆ। ਗੁਰ ਨ ਗਰਬ ਰਹਿਣ ਦੇ ਕੈਦਾ। ਵਾਹਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰ ਨਾ ਗਰਬ ਰਹਿਣ ਦੇ ਕਹਿੰਦਾ। ਕਿਸੇ ਦਾ ਮਹਾਰਾਜ ਹੰਕਾਰ ਨਹੀਂ ਰਹਿਣ ਦਿੰਦੇ ਹਨ। ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ, ਹੰਕਾਰੀਆਂ ਨੂੰ ਮਾਰ ਕੇ ਨਿਆਉਂਦੇ ਨੇ। ਪੁੱਛਿਆ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕਿ ਉਹ ਪ੍ਰਮਾਤਮਾ ਦਾ ਵਿਵਹਾਰ ਕੀ ਹੈ, ਕਾਰੋਬਾਰ ਕੀ, ਬਿਜ਼ਨਸ ਕੀ ਹੈ, ਰੱਬ ਦਾ ਕਰਦਾ ਕੀ ਹੈ। ਤੇ ਮਹਾਰਾਜ ਨੇ ਬਚਨ ਕਹੇ ਸਨ ਬਿਹਾਗੜਾ ਰਾਗ ਦੇ ਵਿੱਚ, ਰੀਤੇ ਭਰੇ ਭਰੇ ਸਖਨਾਵੇ ਯਹ ਤਾ ਕੋ ਵਿਵਹਾਰੇ। ਖਾਲੀਆਂ ਨੂੰ ਭਰ ਦੇਣਾ ਤੇ ਭਰੀਆਂ ਨੂੰ ਖਾਲੀ ਕਰ ਦੇਣਾ, ਇਹ ਮੇਰੇ ਪਰਮੇਸ਼ਰ ਦਾ ਵਿਵਹਾਰ ਹੈ, ਇਹ ਉਹਦਾ ਕਾਰੋਬਾਰ ਹੈ। ਇਹੋ ਕੁਛ ਹੀ ਕਰਦਾ, ਹੋਰ ਉਹ ਕੁਛ ਵੀ ਨਹੀਂ ਕਰਦਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਾਨ ਨੂੰ ਉਹ ਦਸਤਗੀਰ ਪੀਰ ਨੇ ਪੁੱਛਿਆ ਸੀ ਨਾ, 3-4 ਸਵਾਲ ਪੁੱਛੇ ਸੀ। ਮਸਕੀਨ ਸਾਹਿਬ ਵੀ ਇਹਦਾ ਅਕਸਰ ਜ਼ਿਕਰ ਕਰਿਆ ਕਰਦੇ ਸੀ। ਉਹਦੇ ਜੋ ਸਵਾਲ ਸੀ ਰੱਬ ਕਰਦਾ ਕੀ ਹੈ, ਤੇ ਮਾਨ ਨੇ ਕਿਹਾ ਸੀ ਰੱਬ ਦੀ ਗੱਲ ਪੁੱਛਣੀ ਹੋਵੇ ਤੇ ਨੀਵੇਂ ਹੋ ਕੇ ਪੁੱਛੀ ਦੀ ਹੁੰਦੀ ਹੈ। ਥੱਲੇ ਬਹਿ, ਜਿੱਥੇ ਤੂੰ ਬੈਠਾ ਉੱਥੇ ਬਹਿ ਕੇ ਮੈਂ ਰੱਬ ਦੀ ਗੱਲ ਕਰਾਂਗਾ। ਇਹ ਪਰਮੇਸ਼ਰ ਦੀ ਗੱਲ ਦਾ ਸਾਧ ਸੰਗਤ ਦੀ ਸਤਿਕਾਰ ਹੈ। ਜਿਵੇਂ ਗੁਰੂ ਕਾ ਬਚਨ ਆਪ ਜੀ ਸਰਵਣ ਕਰ ਰਹੇ ਹੋ,
मेरी अदनी नकम्मी जबान तो मैं की गंदगी दा थैला, कुछ नहीं, कोई कमाई भगती कुछ नित ने कोई मतलब ही नहीं बनता। पर गुरु के बचन का ही सत्कार आ ना। क्या बेंच लगा होया, मंजा लगा होया, थले दरी उपर चादर सोहनी झाड़ के विछाई हुई है, ये रब के बचन का ही सत्कार आ ना। बाबे नानक ने कहा भी दस्तगीर जे रब का वचन सुनना ही तो सामने आके बह खलो आखे अदब दे नाल, ते जिथे तू बैठा उत्थे मैं बैठांगा। महाराज उथे सज्जे दस्तगीर सामने आ गया, जगियासू सी। महाराज मुस्कुराए। उस वेले ने दस्तगीर ने कहा भी दसो आखे सो हिंद दे पीर गुरु बाबा नानक साहब जी, दसो हसदे की आ, मुस्कुराउंदे की आ, दसो रब की करदा। महाराज कहंदे इहो कुछ ही करदा। जेड़े सामने बैठे हुंदे ने सो उन्हां नूं उच्ची जगह ते उच्ची बैठे होए ने उन्हां नूं सामने सन्मुख लिया के पेश करदा है। ये परमेश्वर दी विध विधान है। हर हंकारियां मारने वाए मनमुख मूढ़ साधिया, हंकारियां दा वो हंकार दूर करदा। महाराज किसे दा हंकार नहीं रहन दिंदा। बड़ी बंदगी वाले साडे कौम दे विच महापुरख होए ने, कमाइयां वाले तत्विता संत लोक जिन्हां दी कोई गिणती नहीं, कई कोट तत के बेते। उन्हां विचों एक बहुत सत्कार दा नाम है श्रीमान संत बाबा ठाकुर सिंह साहब जी, श्री दमदमी टकसाल वाले महापुरख। वो कहंदे हुंदे सीगे भी परमेश्वर कामी दा भी पर्दा कज लैंदा। जे कोई लोभी होवे धन दा, परिवार टब्बर टोर दे मोह दा मारिया, महाराज ओहदा भी पर्दा कज लैंदा। पर परमेश्वर हंकारी दा पर्दा नहीं जे कजदा। बाणी विच बचन आउंदा, हर जीओ अहंकार ना भावै, वेद कूक सुनावै। अहंकार मुए से विगति गए, मर जन्म है आवे। सिद्धे जे अर्थ ने कि रब नूं हंकार नहीं चंगा लगदा। धर्म दे ग्रंथ वेद भी कूक कूक के ये गल कहिंदे ने। ते अहंकार मुए से विगति गए, जेड़े हंकार विच मरदे ने वो अवगत जांदे ने, उन्हां दी गति भी नहीं हुंदी, उन्हां दी मुक्ति भी नहीं हुंदी। महाराज दे घर विच ते साध संगत जी नम्रता ही चंगी है। ते नम्रता की गल्ली बाती दी नहीं, हंकार इन्ना ये सूखम आ कि साध संगत जी अपने आप नूं भी नहीं पता लगता। हंकार नूं बाणी विच मान ने मद नशा साध संगत जी दसिया है। जिवें किसी ने पीती होवे ना, उन्होंने नहीं पता लगता कि उन्होंने चढ़ी आ, दूजिਆਂ ਨੂੰ पता लगता भी ने लगता डफी आ जिन्हें पीती आ, दूजिਆਂ ਨੂੰ पता लगता। तो इसे प्रकार हंकारी नूं नहीं पता लग रहा हुंदा कि ਉਹਦੇ अंदर हंकार आ। ये हंकार दा एक ऐसा नशा, ਇਹਦੇ ਤੋਂ ਤੇ महाराज बचावे। ਇਹਦੇ ਤੋਂ बचण दी साध संगत जी इको एक जुगती है। नानक कह तो इहो विचारा, जे कमावे सो पार ग्रामी, गुर सेवो अर नाम ध्यावो, त्यागो मनहो गुमानी। एक ते हथी सेवा गुरसिख नूं जरूर करनी चाहिए, जिन्नी सरे बने, जिन्ना क मौका लगे। जोड़े झाड़ने, बर्तन मांजने, झाड़ू देना, जो भी सेवा मिले। जे असी रस्ते में आउंदे आ, कोई दरी कट्ठी होई सिद्धी करन वाली वो कर दिओ। वेखो भी जे चरण गंगा साफ होने वाली आ, किन्ना क टाइम लगदा, किथे तो मिनट 2 लगदे ने। आपां खलोते खलोते भी कर सकते हैं। चरण गंगा दा जिथों पानी का निकास हुंदा, उहनूं पैर दे नाल ही कढ के पैर दे नाल ही नूं मल दिओ, हाथ दे नाल मल दिओ, ते वाहवा जिन्नी हो सके सेवा। हजूर साहब जी दे जथेदार सिंह साहब बाबा हजूरा सिंह साहब जी होए ने। सिंह साहब बाबा कुलवंत सिंह साहब जी तो पहले वो जथेदार सन। बड़े हठी तपी सन, बहुत कमाई वाले सीगे। ते वैसे उन्हां दा शरीर दी सो होर भी रह सकदा सी, पर उन्होंने महाराज की सेवा नहीं छड्डी। ऐसे वो करनी कमाई वाले हठी तपी ब्रह्म ज्ञानी सन बाबा हजूरा सिंह साहब जी। वो कहंदे हुंदे भी जिहड़ा गुरु नानक दे घर नूं सवारदा ना, गुरु नानक साहब ਉਹਦੇ घर नूं सवारदे भी। जिथे पता लगे भी सफाई होने वाली आ, सानू आप ही उत्थे माड़ा मोटा हथ पला मार देना चाहिए। यह साडा अपना घर आ, कौम का घर आ, सिखां का घर आ, पंथ का घर आ, गुरु का घर आ। महाराज की सेवा जिन्नी हो सके हथी करनी चाहिए है। ये साध संगत जी हंकार नहीं आता। जिन्नी हो सके सरे बने, थोड़े चो थोड़ा, बहुते चो बहुता समा कढ़ के गुर सेवा हो। दूसरा अर नाम ध्यावो, अर दे भाव ने अते। गुरु की सेवा ते नाम नू जपो, त्यागो मनो गुमानी, ताए हंकार छुटदा, वरना यह हंकार नहीं छुटदा है। ये बहुत बुरा है। मान मुनी मोनि वर्ग वाले मान सभ्य को खाए,
ਵੱਡਿਆਂ ਵੱਡਿਆਂ ਮੁਨੀਆਂ ਮੁਨੀਸਰਾਂ ਤਪੀਸਰਾਂ ਜਪੀਸਰਾਂ ਨੂੰ ਇਹ ਹੰਕਾਰ ਜਿਹੜਾ ਹੈ ਨਿਗਲ ਜਾਂਦਾ, ਐਡਾ ਇਹ ਅਜਗਰ ਹੈ। ਪਰ ਮਹਾਰਾਜ ਕਿਸੇ ਦਾ ਅਭਿਮਾਨ, ਕਿਸੇ ਦਾ ਹੰਕਾਰ ਨਹੀਂ ਰਹਿਣ ਦਿੰਦੇ, ਤੋੜਦੇ ਜ਼ਰੂਰ ਹਨ ਤੇ ਝੂਠਿਆਂ ਕਰਕੇ ਮਾਰਦੇ ਨੇ ਹੰਕਾਰੀਆਂ ਨੂੰ। ਇਹ ਪਰਮੇਸ਼ਰ ਦਾ ਵਿਧ ਵਿਧਾਨ ਹੈ। ਤੇ ਪੈਂਦੇ ਨੂੰ ਵੀ ਹੰਕਾਰ ਸੀ ਵੀ ਖੁਰੇ ਮੇਰੇ ਤੋਂ ਬਿਨਾਂ ਸਰਨਾ ਹੀ ਨਹੀਂ ਗੁਰੂ ਨਾਨਕ ਦੇ ਘਰ ਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਣ ਨੇ ਨਿਮਾਣੇ ਜੇ ਗੁਰਸਿੱਖਾਂ ਤੋਂ ਹੀ ਕਾਰਜ ਲੈ ਲਿਆ, ਕੰਮ ਲੈ ਲਿਆ। ਮਹਾਰਾਜ ਆਪ ਹੀ ਕਿਰਪਾ ਕਰਕੇ ਪਤਾ ਨਹੀਂ ਕਿਹਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਲੈਣ। ਤਾਂ ਇਸ ਪ੍ਰਕਾਰ ਮਾਣ ਨੇ ਪੈਂਦੇ ਦਾ ਹੰਕਾਰ ਤੋੜਿਆ। ਫਿਰ ਪੈਂਦਾ ਸਿਰ ਝੁਕਾ ਕੇ ਮਹਾਰਾਜ ਨੂੰ ਝੁਕਿਆ ਤੇ ਮਨ ਵਿੱਚ ਜਾਣਿਆ ਕਿ ਗੁਰ ਨਾ ਗਰਭ ਰਹਿਣ ਦੇ ਕਹਿੰਦਾ, ਬਿਨ ਹੰਕਾਰ ਭਇਓ ਤਬ ਪੈਂਦਾ, ਗੁਰ ਨਾ ਗਰਭ ਰਹਿਣ ਦੇ ਕਹਿੰਦਾ। ਸਤਿਗੁਰੂ ਜੀ ਮਹਾਰਾਜ ਕਿਸੇ ਦਾ ਹੰਕਾਰ ਨਹੀਂ ਰਹਿਣ ਦਿੰਦੇ ਹਨ। ਕਿਤਕ ਮਾਸੀ ਜਬ ਏਬ ਬਿਤਾਏ। ਇਸ ਤਰ੍ਹਾਂ ਮਾਣ ਨੇ ਜਦੋਂ ਕੁਝ ਕੁ ਮਹੀਨੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਦੀਵਾਲੀ ਤੋਂ ਉਪਰੰਤ ਬਤੀਤ ਕੀਤੇ, ਸ੍ਰੀ ਅੰਮ੍ਰਿਤਸਰ ਸੁਖ ਬਹੁ ਪਾਏ। ਸੁਖ ਸਤਿਗੁਰੂ ਜੀ ਮਹਾਰਾਜ ਜੀ ਨੇ ਮਾਣੇ ਹਨ। ਪੈਂ ਦਿਖਾਨ ਕੇ ਕੰਨਿਆ ਭਈ। ਤੇ ਅੰਮ੍ਰਿਤਸਰ ਸਾਹਿਬ ਵਿਖੇ ਹੀ ਬੀਬੀ ਕੌਲਾਂ ਦੇ ਨਿਵਾਸ ਸਥਾਨ ਤੇ ਹੀ ਪੈਂਦੇ ਖਾਨ ਦੇ ਘਰੇ ਇੱਕ ਕੰਨਿਆ ਨੇ, ਇੱਕ ਬੇਟੀ, ਇੱਕ ਬੱਚੀ ਨੇ ਜਨਮ ਲਿਆ। ਗੁਰ ਟਿਕ ਆਨ ਤਬੈ ਸੁਧ ਦਈ। ਉਸ ਵੇਲੇ ਮਹਾਰਾਜ ਦੇ ਘਰੇ ਆਣ ਕੇ ਪੈਂਦੇ ਨੇ ਖਬਰ ਦਿੱਤੀ ਹੈ ਕਿ ਮਹਾਰਾਜ ਇਸ ਤਰ੍ਹਾਂ ਕੁੜੀ ਆਈ ਹੈ। ਸ੍ਰੀ ਹਰਿ ਗੋਬਿੰਦ ਧੀਰਜ ਦੀਨਾ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਾਨ ਨੇ ਹੌਸਲਾ ਦਿੱਤਾ। ਪਾਰੋ ਨਿਜ ਸੰਤਤ ਕੋ ਚੀਨਾ। ਮਹਾਰਾਜ ਆਪਣੀ ਮਾਨ ਨੇ ਕਿਹਾ ਵੀ ਆਪਣੀ ਸੰਤਾਨ ਜਾਣ ਕੇ, ਆਪਣਾ ਪੁੱਤਰ ਜਾਣ ਕੇ, ਖਾਨਦਾਨ ਜਾਣ ਕੇ ਜੀ ਸੋਹਣੇ ਤਰੀਕੇ ਨਾਲ ਪਾਲਣਾ ਪੋਸ਼ਣਾ ਕਰ। ਸੁਣ ਕਰ ਸਦਨੇ ਆਪਨੇ ਗਇਓ। ਸੁਣ ਕਰਕੇ ਪੈਂਦੇ ਖਾਂ ਮਹਾਰਾਜ ਦਾ ਬਚਨ ਆਪਣੇ ਘਰੇ ਗਿਆ। ਸੁਤ ਸਮਝਾਨ ਬੋਧ ਮਨ ਲਿਓ। ਐਸਾ ਪਿਆਰਾ ਬਚਨ ਸਤਿਗੁਰੂ ਜੀ ਮਹਾਰਾਜ ਦਾ, ਸੁਤ ਸਮਝਾਨ ਮੋਦ ਮਨ ਕਇਓ। ਸੋ ਇਸ ਤਰ੍ਹਾਂ ਪੁੱਤਰ ਸਮਾਨ ਜਾਣ ਕੇ ਆਪਣੀ ਮੋਦ ਮਨ ਲਿਓ। ਪੁੱਤਰ ਸਮਾਨ ਜਾਣ ਕੇ ਤੇ ਮਨ ਵਿੱਚ ਪ੍ਰਸੰਨ ਹੋਇਆ। ਧੀਆਂ ਤੇ ਪੁੱਤਾਂ ਵਿੱਚ ਕੋਈ ਫਰਕ ਥੋੜਾ ਨਾ ਹੁੰਦਾ ਹੈ, ਕੋਈ ਵੀ ਫਾਸਲਾ ਨਹੀਂ ਹੁੰਦਾ ਹੈ। ਜੇ ਅਸੀਂ ਸਤਿਗੁਰੂ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਨਾਲ ਸਾਧ ਸੰਗਤ ਜੀ ਆਪਾਂ ਤੱਕੀਏ ਤਾਂ ਕੋਈ ਫਾਸਲਾ ਨਹੀਂ ਹੈ। ਇਹ ਫਾਸਲਾ ਸਮਝਣ ਵਾਲੇ ਲੋਕ ਹੋਰ ਜੋ ਮਰਜ਼ੀ ਹੋਣ, ਘੱਟੋ ਘੱਟ ਸਿੱਖ ਨਹੀਂ ਹੈਗੇ ਭਾਈ। ਮਹਾਰਾਜ ਨੇ ਬਾਣੀ ਵਿੱਚ 4 ਪਾਪ ਦੱਸੇ ਨੇ, ਤੁਸੀਂ ਹੈਰਾਨ ਹੋਵੋਗੇ ਜਾਣ ਕੇ। ਬ੍ਰਾਹਮਣ, ਕੈਲੀ, ਘਾਤ, ਕੰਜਕਾ, ਅਣਚਾਰੀ ਕਾ ਧਾਨ। ਕਿਸੇ ਬ੍ਰਹਮ ਗਿਆਨੀ ਨੂੰ ਮਾਰ ਦੇਣਾ, ਕੈਲੀ ਗਊ ਨੂੰ ਮਾਰ ਦੇਣਾ, ਘਾਤ ਕੰਜਕਾ, ਕੰਜਕਾ ਕੁੜੀ ਨੂੰ ਮਾਰ ਦੇਣਾ, ਤੇ ਅਣਚਾਰੀ ਕਾ ਧਾਨ, ਜਿਹਦਾ ਆਚਾਰ ਕੋਈ ਨਹੀਂ, ਧਰਮ ਕੋਈ ਨਹੀਂ, ਉਹਦੇ ਹੱਥਾਂ ਦੀ ਰੋਟੀ ਖਾਣੀ, ਬੇਅਮਰਤੀਏ ਦੀ ਰੋਟੀ ਖਾਣੀ ਸਾਧ ਸੰਗਤ ਜੀ ਮਨਾ ਹੈ। ਪਹਿਲਾਂ ਅਸੀਂ ਸਿੰਘ ਵੇਖਦੇ ਰਹੇ ਹਾਂ ਟਕਸਾਲ ਵਿੱਚ, ਜੱਥੇ ਵਿੱਚ, ਜਿਹਨੇ ਅੰਮ੍ਰਿਤ ਛਕਿਆ ਹੁੰਦਾ ਉਹਦੇ ਹੱਥਾਂ ਦਾ ਪ੍ਰਸ਼ਾਦਾ ਛਕਦੇ ਸਨ। ਉਹਨਾਂ ਦੇ ਜੀਵਨ ਵੇਖ ਕੇ ਮੈਨੂੰ ਯਾਦ ਨਹੀਂ, ਮੈਂ ਚੇਤੇ ਨਹੀਂ ਕਰ ਸਕਦਾ, ਭਾਵੇਂ ਗੁਰੂ ਕਿਰਪਾ ਸਦਕਾ ਮਾੜੀ ਚੰਗੀ ਯਾਦ ਦਸਤ ਹੈਗੀ ਵੀ ਕਿੰਨੇ ਪਰਿਵਾਰਾਂ ਨੂੰ ਸਿੰਘਾਂ ਨੇ ਅੰਮ੍ਰਿਤ ਛਕਾਏ। ਜਾਂ ਫਿਰ ਜਕਾਰਾ ਛਡਾ ਦੇਣਾ ਵੀ ਤੂੰ ਜਕਾਰਾ ਛੱਡ ਕਿ ਜਦੋਂ ਵੀ ਅੰਮ੍ਰਿਤ ਸੰਚਾਰ ਹੋਵੇਗਾ ਤੂੰ ਅੰਮ੍ਰਿਤ ਛਕੇਗਾ, ਫਿਰ ਤੇਰੇ ਹੱਥ ਦੀ ਰੋਟੀ ਖਾਵਾਂਗੇ। ਉਹ ਤੁਰਦਾ ਫਿਰਦਾ ਪ੍ਰਚਾਰ ਸਨ ਸਾਧ ਸੰਗਤ ਜੀ। ਕਰਨੀ ਕਮਾਈ ਵਾਲੇ ਗੁਰੂ ਕੇ ਗੁਰਸਿੱਖ ਸਿੱਧਕੀ ਸਨ, ਹਠੀ ਤਪੀ ਸਨ। ਇਸ ਤਰ੍ਹਾਂ ਉਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਪਰਿਵਾਰਾਂ ਵਿੱਚ ਉਹਨਾਂ ਨੇ ਸਿੱਖੀ ਮਹਾਰਾਜ ਦੀ ਦ੍ਰਿੜ ਕਰਵਾਈ। ਇਹ ਸਾਧ ਸੰਗਤ ਜੀ 4 ਪਾਪ ਨੇ। ਇਹ ਔਰਤ ਨੂੰ ਮਾਰਨਾ ਇਹ ਬਾਣੀ ਵਿੱਚ ਪਾਪ ਦੱਸਿਆ। ਫਿਰ ਜਦੋਂ ਅਸੀਂ ਅੰਮ੍ਰਿਤ ਛਕਦੇ ਆ, ਪੰਥ ਵਿੱਚ ਸ਼ਾਮਲ ਹੁੰਦੇ ਆ, ਤੇ ਬਕਾਇਦਾ ਹਦਾਇਤਾਂ ਨੇ, ਨੜੀ ਮਾਰ, ਕੁੜੀ ਮਾਰ, ਸਿਰ ਗੁੰਮ, ਧੀਰ ਮੱਲੀਏ, ਰਾਮ ਰਾਈਏ, ਇਹਨਾਂ ਦੇ ਨਾਲ ਨਹੀਂ ਅਸੀਂ ਵਰਤਣਾ ਹੈ। ਜਿਹੜੇ ਕੁੜੀ ਨੂੰ ਮਾਰਦੇ ਨੇ, ਪਹਿਲਾਂ ਲੋਕ ਸੋ ਧੀ ਜੰਮਣੀ ਤੇ ਜਾ ਕੇ ਮਾਰ ਆਉਣੀ, ਦੱਬ ਆਉਣੀ ਕਿ ਮੇਰੇ ਘਰੇ ਕੋਈ ਜਵਾਈ ਬਣ ਕੇ ਨਾ ਕਿਤੇ ਢੋਕੇ ਆ ਜੇ, ਵੀ ਪੋਤੀ ਹੋਵੇ ਅਖੇ ਮੇਰੇ ਘਰੇ, ਧੀ ਨਾ ਹੋਵੇ। ਇਹ ਸਾਧ ਸੰਗਤ ਜੀ ਬਹੁਤ ਬੁਰੀ ਇਹ ਰਵਾਇਤ ਸੀ ਲੋਕਾਂ ਦੇ ਅੰਦਰ। ਅੱਜ ਕੱਲ ਤੇ ਪਾਪੀ ਬੰਦਿਆਂ ਨੂੰ ਹੋਰ ਵੀ ਬੜੀ ਜ਼ਿਆਦੀ ਸੁਵਿਧਾ ਹੈ। ਜਿਹੜਾ ਬੰਦਾ ਧੀ ਮਾਰਦਾ ਜਾਂ ਧੀ ਫਰਮਾਉਂਦਾ ਜਾਂ ਕੋਈ ਡਾਕਟਰ ਵੀ ਹੋਵੇ, ਭਾਵੇਂ ਕੋਈ ਵੀ ਹੋਵੇ, ਸਾਧ ਸੰਗਤ ਜੀ ਇਹ ਗੁਰੂ ਨਾਨਕ ਦੇ ਘਰ ਦੀ ਰੀਤੀ, ਉਹਦਾ ਰੁਪਈਆ ਨਹੀਂ ਮਹਾਰਾਜ ਸਵੀਕਾਰ ਕਰਦੇ। ਡੱਬੇ 'ਚ ਭਾਵੇਂ ਪੈ ਜੇ, ਗੋਲਕ ਵਿੱਚ ਭਾਵੇਂ ਲੋਹੇ ਦੇ ਬਾਕਸ ਵਿੱਚ ਭਾਵੇਂ ਪੈ ਜੇ, ਮਹਾਰਾਜ ਉਹਦਾ ਦਮੜਾ ਨਹੀਂ ਕਦੇ ਸਵੀਕਾਰ ਕਰਦੇ। ਜਿਹੜਾ ਸਾਧ ਸੰਗਤ ਜੀ ਧੀ ਤੇ ਪੁੱਤ ਵਿੱਚ ਕੋਈ ਫਾਸਲਾ ਸਮਝਦਾ ਹੈ, ਮਹਾਰਾਜ ਦੇ ਘਰ ਵਿੱਚ ਐਸੀ ਕੋਈ ਰਵਾਇਤ ਨਹੀਂ ਹੈ। ਔਰ ਸਮਾਜਿਕ ਦ੍ਰਿਸ਼ਟੀ ਦੇ ਨਾਲ ਵੀ ਦੇਖ ਲਈਏ ਤੇ ਸਾਧ ਸੰਗਤ ਜੀ ਮਾਪਿਆਂ ਦੀਆਂ ਧੀਆਂ ਹੀ ਹੁੰਦੀਆਂ ਨੇ। ਧੀ ਨੂੰ
ਉਹਦੇ ਸਹੁਰੇ ਜੋ ਮਰਜ਼ੀ ਕਹਿ ਦੇਣ ਜਰਲੇਗੀ। ਬੜੀ ਅਜੀਬ ਗੱਲ ਹੈ ਜਦੋਂ ਧੀ ਨੂੰ ਉਹਦੇ ਕੋਈ ਪੇਕਿਆਂ ਬਾਰੇ ਬੋਲਦਾ ਨਾ, ਅੱਠੀ ਕੱਪੜੀ ਅੱਗ ਲੱਗ ਜਾਂਦੀ ਉਹਨੂੰ। ਕਹਿੰਦੀ ਵੀ ਤੂੰ ਮੇਰੇ ਪੇਕਿਆਂ ਬਾਰੇ ਬੋਲਿਆ ਆਖੇ ਕਿਉਂ? ਤੂੰ ਬੋਲਿਆ ਹੈ ਕੌਣ ਮੇਰੇ ਭਰਾਵਾਂ ਬਾਰੇ ਬੋਲਣ ਵਾਲਾ, ਮੇਰੇ ਬਾਪ ਬਾਰੇ ਬੋਲਣ ਵਾਲਾ? ਇੰਨੀ ਉਹਨੂੰ ਸਾਧ ਸੰਗਤ ਦੀ ਮਮਤਾ ਹੁੰਦੀ ਹੈ। ਤਾਂ ਇਸ ਪ੍ਰਕਾਰ ਇਹ ਤੇ ਬੰਦੇ ਦੀ ਭੁੱਲ ਹੀ ਹੈ ਨਾ। ਜੇ ਕੋਈ ਐਸੀਆਂ ਭੁੱਲਾਂ ਕਰਦਾ, ਐਸੀਆਂ ਕੋਈ ਗਲਤੀਆਂ ਕਰਦਾ, ਸਾਧ ਸੰਗਤ ਜੀ ਉਹ ਬਖਸ਼ਿਆ ਨਹੀਂ ਜਾ ਸਕਦਾ ਹੈ। ਗੁਰੂ ਹੀ ਤੁਰ ਉੱਠ ਕੇ ਉਹਨੂੰ ਬਖਸ਼ ਦੇਵੇ ਤੇ ਬਖਸ਼ ਦੇਵੇ। ਇਸ ਕਰਕੇ ਸਿੱਖ ਸਿੱਧਕੀ ਹੋਣਾ ਚਾਹੀਦਾ। ਇਹ ਐਸਾ ਨਹੀਂ ਮਨ ਵਿੱਚ ਕਦੀ ਵੀ ਖਿਆਲ ਸਿੱਖ ਦੇ ਆਉਣਾ ਚਾਹੀਦਾ, ਸਿੱਖ ਸਿੱਧਕੀ ਹੋਣਾ ਚਾਹੀਦਾ ਹੈ। ਤਾਂ ਇਸ ਪ੍ਰਕਾਰ ਇਹਦੇ ਘਰੇ ਧੀ ਜੰਮੀ ਤੇ ਮਨ ਨੇ ਕਿਹਾ ਆਪਣੀ ਆਪਣਾ ਸੰਤਾਨ ਜਾਣ ਕੇ ਅਖੇ ਪਾਲ। ਤਾਂ ਇਹ ਜਿਹੜਾ ਪੈਂਦੇ ਖਾਂ ਤੁਰਕੜਾ ਮੁੜ ਕੇ ਜਾ ਕੇ ਕਿਰਤ ਕਣ ਵੀ ਹੋਇਆ। ਇਹ ਤੁਰਕੜਾ ਪਿਆਰ ਦਾ ਸ਼ਬਦ ਆ। ਇਹ ਮਹਾਰਾਜ ਦੇ ਸਤਕਾਰ ਵਿੱਚ ਆਇਆ ਤੇ ਆਪਣੇ ਪੁੱਤ ਜਾਣ ਕੇ, ਧੀ ਨੂੰ ਸੁੱਤ ਸਮਝਾਨ ਮੋਦ ਮੰਨ ਲਿਓ। ਮਹਾਰਾਜ ਦਾ ਵਚਨ ਜਾਣ ਕੇ ਬਹੁਤ ਪ੍ਰਸੰਨ ਹੋਇਆ ਤੇ ਪੁੱਤਰ ਦੇ ਸਮਾਨ ਜਾਣ ਕੇ, ਪੁੱਤਰ ਜਾਣ ਕੇ ਇਸਨੇ ਪਾਲਿਆ। ਪੀਛੇ ਹਸਤ ਗੁਰੂ ਜਬ ਹੇਰੇ। ਅਗਲਾ ਵਚਨ ਸੁਣ ਲਓ, ਬੜਾ ਰਮਜ ਭਰਿਆ। ਜਦੋਂ ਇਹ ਗਿਆ ਤੇ ਮਹਾਰਾਜ ਹੱਸੇ, ਗਰੀਬ ਨਿਵਾਜ ਮਹਾਰਾਜ ਮੁਸਕਰਾਏ ਹਨ। ਬੋਲਿਓ ਜੇਠਾ ਹੋਏ ਅਗੇਰੇ। ਉਸ ਵੇਲੇ ਭਾਈ ਜੇਠਾ, ਭਾਈ ਬਿਧੀ ਚੰਦ ਜੀ ਸਾਹਿਬ ਤੇ ਭਾਈ ਜੇਠਾ ਜੀ ਮਹਾਰਾਜ ਦੇ ਆਨੰਦ ਪਿਆਰੇ ਗੁਰਸਿੱਖ ਹੋਏ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵੇਲੇ ਬਾਬਾ ਬਿਧੀ ਚੰਦ ਜੀ ਵੀ ਨਾਲ ਸੀ ਤੇ ਭਾਈ ਜੇਠਾ ਵੀ ਨਾਲ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜਦੋਂ ਕੈਦਖਾਨੇ ਕਿਲੇ 'ਚ ਗਏ ਆ ਗਵਾਲੀਅਰ ਦੇ, ਉਦੋਂ ਭਾਈ ਜੇਠਾ ਜੀ ਸਾਹਿਬ ਵੀ ਨਾਲ ਸੀ। ਇਹ ਮਹਾਰਾਜ ਦੇ ਆਨੰਦ ਪਿਆਰੇ ਗੁਰਸਿੱਖ ਹੋਏ ਨੇ। ਤੋ ਭਾਈ ਜੇਠਾ ਜੀ ਸਾਹਿਬ ਜੀ ਮਹਾਰਾਜ ਨੇ, ਜਦੋਂ ਭਾਈ ਜੇਠਾ ਜੀ ਸਾਹਿਬ ਜੀ ਨੇ ਦੇਖਿਆ ਇਹ ਮਹਾਰਾਜ ਹੱਸੇ ਆ ਇਹਦੀ ਧੀ ਦੇ ਜਨਮ ਹੋਣ ਤੇ, ਉਸ ਵੇਲੇ ਇਹਨੇ ਮਨ ਨੂੰ ਪੁੱਛ ਹੀ ਲਿਆ ਹੈ। ਪੈਂਦੇ ਖਾਨ ਕੇ ਕੰਨਿਆ ਹੋਈ। ਮਹਾਰਾਜ ਪੈਂਦੇ ਖਾਨ ਦੇ ਘਰੇ ਧੀ ਜੰਮੀ ਹੈ। ਵਿਕਸਨ ਹੇਤ ਲਖਿਓ ਨਹਿ ਕੋਈ। ਮਹਾਰਾਜ ਇਹਦੇ ਵਿੱਚ ਮੁਸਕਰਾਉਣ ਦਾ ਕੀ ਕਾਰਨ ਹੈ, ਹਾਸੇ ਦਾ ਕੀ ਕਾਰਨ ਹੈ? ਸੁਨ ਗੁਰ ਕਹਿਓ ਜੰਗ ਕੋ ਕਾਰਨ। ਉਸ ਵੇਲੇ ਮਾਂ ਨੇ ਮੁਸਕਰਾ ਕੇ ਕਿਹਾ ਵੀ ਇਹ ਜਿਹੜੀ ਧੀ ਜੰਮੀ ਹੈ ਨਾ ਸਦਕੇ, ਪਰ ਇਹ ਧੀ ਜਿਹੜੀ ਹੈ ਜੰਗ ਦਾ ਕਾਰਨ ਬਣੇਗੀ, ਇਹ ਸਬਬ ਬਣੇਗੀ ਭਾਈ। ਉਪਜੀ ਬਣ ਤੁਰਕ ਗਣ ਮਾਰਨ। ਅਸਲ ਵਿੱਚ ਇਹ ਧੀ ਨਹੀਂ ਸਾਡੇ ਘਰੇ ਪੈਦਾ ਹੋਈ, ਇਹ ਤੇ ਤੁਰਕਾਂ ਦੇ ਨਾਸ ਦਾ ਸਬਬ ਬਣੇਗੀ। ਇਹਦੇ ਕਰਕੇ ਤੁਰਕਾਂ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਕੁਛ ਕ ਭੇਦ ਜੇਠਾ ਸਮਝਾਇਓ। ਮਾਂ ਨੇ ਕੁਛ ਕ ਭੇਦ ਦੱਸਿਆ, ਕਿਉਂਕਿ ਅੱਗੇ ਜਾ ਕੇ ਬਚਨ ਆਵੇਗਾ। ਮਹਾਰਾਜ ਨੇ ਅੱਗੇ ਜਾ ਕੇ ਖੁੱਲ ਕੇ ਬਚਨ ਸੁਣ ਲੈਣਾ। 5 ਮਿੰਟ ਬੈਠੇ ਬਚਨ ਨੇ ਮਨ 'ਚ ਇੱਛਾ ਕਿ ਅਧਿਆਇ ਪੂਰਾ ਹੀ ਹੋ ਜਾਵੇ, ਵੱਧ ਤੋਂ ਵੱਧ ਕਥਾ ਸੰਗਤ ਸੁਣ ਲਵੇ। ਸੋ ਇਹ ਜਿਹੜੀ ਪੈਂਦੇ ਦੀ ਧੀ ਆ, ਇਹਦਾ ਜਿਹੜਾ ਅੱਗੇ ਹਸਬੈਂਡ ਹੋਵੇਗਾ ਪੈਂਦੇ ਦਾ ਜਵਾਈ, ਉਹਦੇ ਫਿਰ ਕਾਰਨ ਇਹ ਕਿਰਤ ਕਣ ਹੋ ਜਾਵੇਗਾ, ਜੰਗ ਜੁੱਧ ਹੋਵੇਗਾ, ਇਹ ਮਰੇਗਾ। ਉਹ ਬਹੁਤ ਲੰਮਾ ਚੌੜਾ ਪ੍ਰਸੰਗ ਅਗਲੇ ਦੀ ਕਥਾ ਜਾਵੇਗਾ। ਤੋ ਮਾਨ ਨੇ ਕੁਛ ਕੁ ਭੇਦ ਸਮਝਾਇਆ ਹੈ ਇਸ਼ਾਰੇ ਦੇ ਨਾਲ। ਸੁਣ ਸਤਿਗੁਰ ਤੇ ਉਰ ਬਿਸਮਾਇਓ। ਸੁਣ ਕਰਕੇ ਮਹਾਰਾਜ ਤੋਂ ਬਚਨ ਭਾਈ ਜੇਠਾ ਜੀ ਹੈਰਾਨ ਹੋਏ। ਇਸੀ ਪ੍ਰਕਾਰ ਬਰਖ ਕੁਛ ਬੀਤੇ। ਇਸ ਤਰ੍ਹਾਂ ਕੁਝ ਕੁ ਸਾਲ ਹੋਰ ਬਤੀਤ ਹੋਏ। ਸੁਦਾ ਸਰੋਵਰ ਬਹੁ ਸੁਖ ਲੀਤੇ। ਅੰਮ੍ਰਿਤਸਰ ਸਾਹਿਬ ਹੋ ਕੇ ਮਾਨ ਨੇ ਬੜੇ ਸੁਖ ਮਾਣੇ ਹਨ। ਸੰਗਤ ਸਿੱਖ ਅਨੇਕ ਉਧਾਰੈ। ਅਨੇਕਾਂ ਗੁਰਸਿੱਖਾਂ ਦਾ ਮਹਾਰਾਜ ਉਧਾਰ ਕਰਦੇ। ਸਤਨਾਮ ਦੇ ਕੁਮਤ ਬਿਦਾਰੈ। ਸਤਿਨਾਮ ਮਹਾਰਾਜ ਜੀ ਦਾ ਨਾਮ ਜਪਦੇ ਜਪਾਉਂਦੇ ਲੋਕਾਂ ਦੀ ਖੁਮਤ ਦੂਰ ਕਰਦੇ ਹਨ। ਇੱਕ ਦਿਨ ਢਿਗ ਦਮੋਦਰੀ ਹੋਏ। ਇੱਕ ਦਿਨ ਮਾਤਾ ਦਮੋਦਰੀ ਜੀ ਸਾਹਿਬ ਮਹਾਰਾਜ ਦੇ ਪਾਸ ਹੋਏ। ਬੋਲੀ ਹੱਥ ਬੰਦ ਕਰ ਦੋਏ। ਉਸ ਵੇਲੇ ਹੱਥ ਜੋੜ ਕੇ ਸੋ ਬੋਲੇ ਹਨ, ਬੇਨਤੀ ਕੀਤੀ ਹੈ। ਪੋਤਰਾ ਨਿਜ ਕਰ ਬਖਸ਼ਣ ਕਰੀਐ। ਮਹਾਰਾਜ ਆਪਣੇ ਘਰ ਵਿੱਚ ਕਿਰਪਾ ਕਰਕੇ ਹੁਣ ਕੋਈ ਅੱਗੇ ਸੰਤਾਨ ਵਧੇ। ਕਿਰਪਾ ਦ੍ਰਿਸ਼ਟ ਇਹ ਮੋਹ ਪਰ ਧਰੀਐ। ਇਹਦੇ ਉੱਪਰ ਐਸੀ ਕਿਰਪਾ ਕਰੋ ਮੈਂ ਪੋਤਰੇ ਦਾ ਦੀਦਾਰ ਪਾ ਲਵਾਂ। ਫੇਰਨ ਕੋ ਚਿਤ ਚਾਵ ਕਨੇਰਾ। ਮਹਾਰਾਜ ਮੇਰੇ ਮਨ ਵਿੱਚ ਬਹੁਤ ਵੱਡਾ ਚਾਉ ਹੈ। ਕਰੋ ਮਨੋਰਥ ਪੂਰਨ ਮੇਰਾ। ਮੇਰੇ ਮਨ ਦਾ ਮਨੋਰਥ ਪੂਰਾ ਕਰ ਦਿਓ ਆਪ। ਸੁਨ ਕਰੁਣਾ ਕਰ ਗਿਰਾ ਬਖਾਨੀ। ਕਰਕੇ ਮਹਾਰਾਜ ਨੇ ਕਿਰਪਾ ਕੀਤੀ ਤੇ ਬਚਨ ਆਖੇ। ਹੋਏ ਪੋਤਰੇ ਜੁਗਲਿਹੁ ਮਨ ਜਾਨੀ। ਮਹਾਰਾਜ ਕਹਿੰਦੇ ਵੀ ਮਨ ਵਿੱਚ ਜਾਣ ਲੋ 2 ਪੁੱਤਰੇ ਪੈਦਾ ਹੋਣਗੇ। ਬਾਬਾ ਸੋ ਜੋ ਹਨ ਬਾਬਾ ਗੁਰਦਿੱਤਾ ਜੀ ਸਾਹਿਬ, ਉਹਨਾਂ ਦੇ ਪਰਿਵਾਰ ਵਿੱਚ ਗੁਰੂ ਪਿਤਾ ਕੋ ਬਾਕ ਨ ਖਾਲੀ। ਗੁਰੂ ਪਿਤਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬਚਨ ਖਾਲੀ ਨਹੀਂ ਜਾਵੇਗਾ। ਵਧੀ ਵੇਲ ਬਹੁ ਪੀੜੀ ਚਾਲੀ। ਮਹਾਰਾਜ ਦਾ ਬਚਨ ਵਧੀ ਵੇਲ ਬਹੁ ਪੀੜੀ ਚਾਲੀ। ਧਰਮ ਕਲਾ ਹਰ ਬੰਦ ਬਹਾਲੀ। ਮਨ ਚੰਦਿਆ ਸਤਿਗੁਰੂ ਦਿਵਾਇਆ। ਇਹ ਭਏ ਆਨੰਦ ਇਹ ਇਸ ਤਰ੍ਹਾਂ ਅਚਿੰਤ ਏਕ ਲਿਵ ਲਾਇਆ। ਸੋ ਗੁੱਜੀ ਛੰਦੀ ਨਾਹੀ ਬਾਤ ਗੁਰੂ ਨਾਨਕ ਤੁਠਾ ਕਿੰਨੀ ਦਾਤ।
ਇਹ ਮਾਨ ਨਿਆਸਾ ਰਾਗ ਦੇ ਵਿੱਚ ਬਚਨ ਆਖੇ ਹਨ। ਸ੍ਰੀ ਗੁਰ ਦਿੱਤੇ ਕੇ ਸੁਤ ਦੋਏ। ਔਰ ਕਿਹਾ ਕਿ ਬਾਬਾ ਗੁਰਦਿੱਤਾ ਜੀ ਸਾਹਿਬ ਜੀ ਦੇ ਘਰੇ 2 ਪੁੱਤਰ ਹੋਣਗੇ। ਉਪਜੈ ਕੇ ਤਖ ਚਿਰ ਮਹਿ ਸੋਏ। ਥੋੜੇ ਸਮੇਂ ਵਿੱਚ ਉਹ ਸੰਸਾਰ ਦੇ ਪ੍ਰਗਟ ਹੋਣਗੇ। ਪੂਰਨ ਹੋਏ ਮਨੋਰਥ ਤੇਰੇ। ਮਾਂ ਨੇ ਕਿਹਾ ਮਾਤਾ ਦਮੋਦਰੀ ਜੀ ਸਾਹਿਬ ਜੀ ਦੀ ਤਾਈ ਕੇ ਭਾਗਾਂ ਵਾਲੀਏ, ਤੇਰੇ ਮਨ ਦਾ ਇਹ ਵੀ ਮਨੋਰਥ ਪੂਰਾ ਹੋਵੇਗਾ। ਕਰਹੁ ਪ੍ਰਮੋਦ ਪੁੱਤਰ ਕੋ ਹੀਰੇ। ਕਿਹਾ ਮਨ ਵਿੱਚ ਤੇਰੇ ਪ੍ਰਸੰਨਤਾ ਹੋਵੇਗੀ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਵੇਲ ਵਧੇਗੀ, ਪੀੜ੍ਹੀ ਅੱਗੇ ਚੱਲੇਗੀ। ਇਹ ਧਰਮ ਕਲਾ ਮਾਨ ਨੇ ਬੰਨ੍ਹ ਕੇ ਰੱਖੀ ਹੋਈ ਹੈ। ਇੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸਾਧ ਸੰਗਤ ਦੀ 56 ਨੰਬਰ ਅਧਿਆਏ ਪੂਰਾ ਹੋ ਗਿਆ ਕਿ ਬਾਬਾ ਧੀਰਮਲ ਜੀ ਸਾਹਿਬ ਜੀ ਦਾ ਜਨਮ ਹੋਵੇਗਾ, ਬਾਬਾ ਅਟਲ ਰਾਏ ਜੀ ਸਾਹਿਬ ਜੀ ਦਾ ਪ੍ਰਸੰਗ ਆਵੇਗਾ। ਸੋ ਬੇਅੰਤ ਗੁਰਸਿੱਖ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੀਆਂ ਨੇ। ਅੱਜ ਐਤਵਾਰ ਜਾਣ ਕੇ ਸੋ ਬਹੁਤ ਸਾਰੇ ਗੁਰਸਿੱਖ ਹਜ਼ੂਰੀ ਸੰਗਤ, ਲੋਕਲ ਸੰਗਤ ਵਿਸ਼ੇਸ਼ ਕਰਕੇ ਹਾਜ਼ਰੀਆਂ ਭਰਦੀ ਹੈ। ਸਾਡੇ ਤਖਤ ਸਾਹਿਬ ਜੀ ਦਾ ਸੋ ਗਰੀਬ ਨਵਾਜ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਵੱਡਾ ਭਾਰੀ ਪ੍ਰਤਾਪ ਸੰਸਾਰ ਵਿੱਚ ਜਗ ਜ਼ਾਹਰ ਹੋ ਰਿਹਾ। ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਗੁਰਸਿੱਖ ਸੰਗਤਾਂ ਮਨ ਕਰਕੇ, ਤਨ ਕਰਕੇ, ਧਨ ਕਰਕੇ ਹਾਜ਼ਰੀਆਂ ਭਰ ਰਹੀਆਂ। ਹੋਰ ਵੀ ਸੇਵਾਵਾਂ ਹਾਜ਼ਰ ਕਰੋ, ਗੁਰੂ ਗਰੀਬ ਨਵਾਜ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਹੁਤ ਸੋਹਣਾ ਤੇ ਸੁਚੱਜਾ ਪ੍ਰਬੰਧ ਤਖਤ ਸਾਹਿਬ ਜੀ ਦਾ ਚੱਲ ਰਿਹਾ। ਸਤਿਗੁਰੂ ਜੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹਰ ਪ੍ਰਕਾਰ ਸੁਖ ਸ਼ਾਂਤੀ ਹੈ, ਕਿਸੇ ਪ੍ਰਕਾਰ ਦਾ ਕੋਈ ਨਹੀਂ ਹੈ ਖਲਾਰਾ ਖਰਾਬਾ। ਸੋ ਮਹਾਰਾਜ ਦੀ ਬਖਸ਼ਿਸ਼ ਹੈ। ਗਰੀਬ ਨਵਾਜ ਗੁਰੂ 10ਵੇਂ ਪਾਤਸ਼ਾਹ ਆਪ ਕਿਰਪਾ ਕਰਕੇ ਸਾਰੇ ਪ੍ਰਬੰਧ ਚਲਵਾ ਰਹੇ ਨੇ। ਸਰਦਾਰ ਅਵਤਾਰ ਸਿੰਘ ਜੀ ਹਿੱਤ ਸਾਡੇ ਪ੍ਰਧਾਨ ਸਾਹਿਬ, ਉਹਨਾਂ ਦੀ ਸਮੁੱਚੀ ਟੀਮ ਅੱਜ ਵੀ ਦਾਸ ਦਾ ਬਚਨ ਹੋਇਆ, ਕੱਲ ਨੂੰ ਆ ਰਹੇ ਨੇ। ਔਰ ਇਸ ਪ੍ਰਕਾਰ ਸੋਹਣੀਆਂ ਸੁੰਦਰ ਰਹਾਇਸ਼ਾਂ, ਲੰਗਰਾਂ ਦੇ ਇੰਤਜ਼ਾਮ, ਗਰੀਬ ਗੁਰਬੇ ਦੀ ਰੱਖਿਆ ਦੇ ਵਾਸਤੇ ਔਰ ਇਸੇ ਪ੍ਰਕਾਰ ਇਲਾਜ ਇਤਿਆਦਿਕ ਦੇ ਵਾਸਤੇ ਇੰਤਜ਼ਾਮ ਸੁਚੱਜੇ ਹੋ ਰਹੇ ਨੇ। ਔਰ ਜਿਹੜੇ ਕੰਮ ਲੰਮੇ ਅਰਸੇ ਤੋਂ ਹੋਣੇ ਚਾਹੀਦੇ ਸਨ, ਅਟਕੇ ਹੋਏ ਸਨ ਰਹਾਇਸ਼ਾਂ ਦੇ, ਵਿਸ਼ੇਸ਼ ਕਰਕੇ ਸੋ ਸਕੂਲ ਇੱਥੋਂ ਸ਼ਿਫਟ ਕਰਕੇ ਖੁੱਲੀ ਡੁੱਲੀ ਜਗ੍ਹਾ ਬਣ ਗਈ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਕਮਰੇ ਬਣ ਜਾਣਗੇ। ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇਗੀ। ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਹ ਸਾਰੇ ਵਰਤਾਰੇ ਵਰਤਣਗੇ। ਗੁਰਸਿੱਖ ਸੰਗਤਾਂ ਤਿਆਰੀਆਂ ਕਰਨ, ਮਨ ਕਰਕੇ, ਧਨ ਕਰਕੇ, ਧਨ ਕਰਕੇ ਹਾਜ਼ਰੀਆਂ ਭਰਨ। ਸੋ ਅਰਦਾਸਾਂ ਕਰੋ ਮਹਾਰਾਜ ਦੇ ਦਰਬਾਰ ਵਿੱਚ, ਜੋ ਮਰਜ਼ੀ ਸੁਖਣਾ ਸੁਖ ਲਵੋ। ਦੁਹਾਈ ਗੁਰੂ ਨਾਨਕ ਸਾਹਿਬ ਦੀ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਇਛਾਵਾਂ ਪੂਰੀਆਂ ਹੋਣਗੀਆਂ। ਪਰ ਸਾਧ ਸੰਗਤ ਜੀ ਫਿਰ ਮੁੱਕਰਨਾ ਨਾ, ਵੱਧ ਤੋਂ ਵੱਧ ਸੇਵਾ ਕਰਨੀ, ਮਹਾਰਾਜ ਦੇ ਚਰਨਾਂ ਵਿੱਚ ਰੱਖੀਆਂ ਹੋਈਆਂ ਆਪਣੀਆਂ ਸੁਖਣਾਵਾਂ, ਆਪਣੀਆਂ ਭੇਟਾਵਾਂ ਅਰਪਣ ਕਰਕੇ ਗਰੀਬ ਨਵਾਜ ਮਹਾਰਾਜ ਦੇ ਖੁਸ਼ੇ ਪ੍ਰਾਪਤ ਕਰਨੇ। ਸੋ ਤਖਤ ਸਾਹਿਬ ਜੀ ਦੇ ਪਟਨਾ ਸਾਹਿਬ ਬਹੁਤ ਸਾਰੀਆਂ ਸੰਗਤਾਂ ਰਹਿੰਦੀਆਂ ਨੇ। ਇੱਥੇ ਲੋਕਲ ਸੋ ਹਰਮੰਦਰ ਗਲੀ ਦੇ ਆਸ-ਪਾਸ ਸਿਟੀ ਵਿੱਚ ਸੰਗਤਾਂ ਨੇ। ਫਿਰ ਗੋਬਿੰਦ ਨਗਰ ਚਤਕੋਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ। ਔਰ ਇਸੇ ਪ੍ਰਕਾਰ ਨਇਆ ਟੋਲਾ, ਮਸ਼ਵਾ ਟੋਲਾ, ਉੱਥੇ ਵੀ ਪਟਨੇ ਸਾਹਿਬ ਜੀ ਦੀਆਂ ਬਹੁਤ ਵੱਡੀ ਗਿਣਤੀ ਵਿੱਚ ਲੰਮੇ ਅਰਸੇ ਤੋਂ ਸੰਗਤਾਂ ਹਨ। ਵੱਡੀ ਗਿਣਤੀ ਵਿੱਚ ਉੱਥੋਂ ਦੇ ਸੰਗਤ ਵੱਲੋਂ ਸਤਿਕਾਰੇ ਹੋਏ ਮੈਂਬਰ ਸਰਦਾਰ ਹਰਬੰਸ ਸਿੰਘ ਜੀ ਖਨੂਜਾ ਗਰੀਬ ਨਵਾਜ ਮਹਾਰਾਜ ਦੇ ਦਰਬਾਰ ਵਿੱਚ ਤਕਰੀਬਨ ਹਰ ਐਤਵਾਰ, ਕਿਉਂਕਿ ਲੋਕਲ ਗੁਰਸਿੱਖ ਨੇ ਤੇ ਹਾਜ਼ਰੀਆਂ ਭਰਦੇ ਰਹਿੰਦੇ ਨੇ ਮਹਾਰਾਜ ਦੇ ਦਰਬਾਰ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਕਿਰਪਾ ਕਰਨ, ਸਮੁੱਚੇ ਪੰਥ ਵਿੱਚ ਏਕਤਾ, ਇਤਫਾਕ, ਸਲੂਕ ਦੀ ਦਾਤ ਆਵੇ। ਜੇ ਅਸੀਂ ਇਤਫਾਕ ਦੇ ਨਾਲ ਗੁਰੂ ਘਰ ਦੇ ਕਾਰਜ ਕਰਦੇ ਹਾਂ, ਕਾਰਜ ਤੇ ਮਹਾਰਾਜ ਦੇ ਘਰ ਦੇ ਹੋ ਹੀ ਜਾਣੇ ਹੁੰਦੇ ਆ। ਆਪਸ ਵਿੱਚ ਵੀ ਰਸ ਬਣਦਾ ਹੈ, ਮਹਾਰਾਜ ਦੀ ਵੀ ਖੁਸ਼ੀ ਮਿਲਦੀ ਆ, ਗੁਰੂ ਨੂੰ ਅਸੀਂ ਸਨਮੁਖ ਰਹਿੰਦੇ ਆ। ਗਰੀਬ ਨਵਾਜ ਮਹਾਰਾਜ ਕਿਰਪਾ ਕਰਨ, ਪੰਥ ਵਿੱਚ ਇਤਫਾਕ ਆਵੇ, ਸਲੂਕ ਆਵੇ, ਪੰਥ ਦੀ ਚੜ੍ਹਦੀ ਕਲਾ ਹੋਵੇ। ਗੁਰੂ ਗਰੀਬ ਨਵਾਜ ਮਹਾਰਾਜ ਪੰਥ ਦੀ ਬੋੜੀ ਕਰਨ, ਪੰਥ ਸੁਚੇਤ ਹੋਵੇ। ਇੰਨੀ ਵੱਡੀ ਭਾਰੀ ਬੇਅਦਬੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੋ ਰਹੀ ਹੈ। ਪਤਾ ਨਹੀਂ ਸਾਨੂੰ ਸਿੱਖਾਂ ਨੂੰ ਕੀ ਹੋ ਗਿਆ। ਥਾਵਾਂ ਪ੍ਰਥਾਵਾਂ ਦੇ ਗੁਰਦੁਆਰੇ, ਗੁਰ ਘਰ ਬਣਾਏ ਹੋਏ ਨੇ। ਸਾਨੂੰ ਘੱਟੋ ਘੱਟ ਇੱਕ ਸਰੀਰ ਪਹਿਰੇਦਾਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਹਾਜ਼ਰੀ ਵਿੱਚ ਚਾਹੀਦਾ ਨਾ ਭਾਈ। ਸੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਸਰੀਰ ਤੇ ਹੋਵੇ। ਘਰ ਵਿੱਚ ਲੋਕ ਬਜ਼ੁਰਗਾਂ ਨੂੰ ਕੱਲਿਆਂ ਨੂੰ ਨਹੀਂ ਛੱਡਦੇ। ਕੋਈ ਮਿਨਿਸਟਰ, ਕੋਈ ਮੰਤਰੀ ਆਇਆ ਹੋਵੇ, ਕਦੀ ਹੁੰਦਾ ਕਿ ਕੱਲਾ ਆਣ ਕੇ ਬੈਠ, ਲੋਕਾਂ ਦੀ ਭੀੜ ਲੱਗੀ ਰਹਿੰਦੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਸਾਧ ਸੰਗਤ ਜੀ ਜਦੋਂ ਦੀਵਾਨ ਸੱਜਦੇ ਨੇ, ਉਦੋਂ ਤੇ ਬੈਠਣ ਦਾ ਮਹੱਤਵ ਹੈ। ਹੱਥ ਜੋੜ ਕੇ ਬੇਨਤੀ ਕਰਾਂ, ਜਦੋਂ ਦੀਵਾਨ ਦੀ ਸਮਾਪਤੀ ਹੋ ਜਾਏ ਨਾ, ਤਜਰਬਾ ਕਰਕੇ ਦੇਖਿਓ, ਦੁਪਹਿਰ ਦੇ ਸਮੇਂ, ਸ਼ਾਮ ਦੇ ਸਮੇਂ, ਰਾਤ ਦੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਬਹਿ ਕੇ ਦੇਖਿਓ, ਇੰਨੀਆਂ ਵੱਡੀਆਂ ਬਖਸ਼ਾਂ, ਖੁੱਲੇ ਭੰਡਾਰੇ ਮਹਾਰਾਜ ਉਦੋਂ ਦਿੰਦੇ ਨੇ। ਖੁੱਲੇ ਰੱਜ ਕੇ ਖੁੱਲੇ ਭੰਡਾਰੇ ਮਹਾਰਾਜ ਬਖਸ਼ਦੇ ਨੇ। ਇਸ ਕਰਕੇ ਗੁਰਸਿੱਖਾਂ ਨੂੰ ਨਿਯਮ ਬਣਾਉਣਾ ਚਾਹੀਦਾ ਹੈ। ਔਰ ਹੋਰ ਪਿੰਡਾਂ ਨਗਰਾਂ ਦੇ ਜਿਹੜੇ ਬਜ਼ੁਰਗ ਨੇ, ਘਰਾਂ ਵਿੱਚ ਬੈਠੇ ਹੋਏ,
ਉਹ ਕੀ ਕਰਦੇ ਹੋ ਭਾਈ ਘਰਾਂ 'ਚ ਬੈਠੇ ਤੁਸੀਂ ਭਲਾ? ਬੀਬੀਆਂ ਕੀ ਕਰਦੀਆਂ ਪੁਰਾਣੀਆਂ ਬਜ਼ੁਰਗਾਂ ਜਿਨ੍ਹਾਂ ਨੇ ਆਪਣੇ ਧੀਆਂ ਪੁੱਤ ਵਿਆਹ ਲਏ ਨੇ, ਪੋਤਰਿਆਂ ਵਾਲੀਆਂ ਹੋ ਗਈਆਂ ਨੇ ਔਰ ਬਜ਼ੁਰਗ ਪੁੱਤ ਪੋਤਰਿਆਂ ਵਾਲੇ ਹੋ ਗਏ, ਘਰੇ ਬੈਠੇ ਕੀ ਕਰਦੇ ਹੋ ਭਲਾ? ਮਹਾਰਾਜ ਦੇ ਗੁਰੂ ਘਰੇ ਜਾ ਕੇ ਬੈਠਿਆ ਕਰੋ, ਸਤਨਾਮ ਜਪਿਆ ਕਰੋ। ਆਏ ਗਏ ਨੂੰ ਕਿਸੇ ਨੂੰ ਪ੍ਰਸ਼ਾਦ ਵਰਤਾਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਰੇਦਾਰੀ ਕਰਿਆ ਕਰੋ। ਜਿਹੜਾ ਕੋਈ ਬੇਅਦਬੀ ਕਰਨਾ ਹੋਵੇ ਸੋਟਾ ਰੱਖੋ, ਝਾੜਿਆ ਉਹਦੇ ਸਿਰ 'ਚ, ਉਹਨੂੰ ਅਕਲ ਦਿੱਤੀ, ਇੱਕ ਵਾਰੀ ਫੜ ਕੇ ਬੰਨ੍ਹ ਲਿਆ ਉਹਨੂੰ, ਉੱਥੇ ਨੂੜਿਆ ਉਹਨੂੰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਰੇਦਾਰੀ ਕਰੋ। ਗਰੀਬ ਨਵਾਜ ਮਹਾਰਾਜ ਕਿਰਪਾ ਕਰਕੇ ਸਾਡੇ ਲੋਕ ਪਰਲੋਕ ਵਿੱਚ ਬਾਂਹ ਫੜਨਗੇ। ਸਮਾਂ ਪੂਰਾ ਹੋਇਆ, ਧਿਆਏ ਵੀ ਪੂਰਾ ਹੋਇਆ। ਲੇਖੇ ਗੜਤ ਨਾ ਛੁਟਿਆ, ਕਾਚੀ ਪੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਸਿਰ ਗੁਰ ਦਿੱਤੇ ਕੇ ਸੁਤ ਦੋਏ, ਉਪਜੈ ਕੇ ਤਕ ਚਿਰ ਮਹਿ ਸੋਏ। ਪੂਰਨ ਹੋਏ ਮਨੋਰਥ ਤੇ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।